ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਹਾਜ਼ਰ ਹਾਂ। ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਉਹਨਾਂ ਨਾਲ ਜੁੜੀਆਂ ਹੋਈਆਂ ਕੁਝ ਗੱਲਾਂ ਬਾਤਾਂ ਅਤੇ ਖ਼ਾਸ ਤੌਰ 'ਤੇ ਪ੍ਰਕਾਸ਼ ਪੁਰਬ ਦਿਹਾੜੇ ਦੀ ਗੱਲਬਾਤ, ਤਾਰੀਖ ਕਿਹੜੀ ਹੈ ਅਸਲ, ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਵਿਦਵਾਨ ਡਾਕਟਰ ਆਸਾ ਸਿੰਘ ਘੁੰਮਣ ਜੀ ਹਾਜ਼ਰ ਨੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਕਿਤਾਬ ਦੇ ਦਰਸ਼ਨ ਦਿਦਾਰੇ ਮੈਂ ਆਪ ਜੀ ਨੂੰ ਕਰਵਾਵਾਂ। ਕੱਤਕ ਕੇ ਵਿਸਾਖ ਕੇ ਦੋਵੇਂ, ਇਹ ਕਿਤਾਬ ਉਹਨਾਂ ਨੇ ਲਿਖੀ ਹੈ, ਹੁਣੇ ਰਿਲੀਜ਼ ਹੋਈ ਹੈ ਇਹ ਕਿਤਾਬ। ਅਤੇ ਇਸ ਬਾਬਤ ਅਤੇ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਬਾਬਤ ਹੋਰ ਵਿਦਵਾਨ ਕੀ ਆਖਦੇ ਨੇ, ਇਸ ਬਾਰੇ ਗੱਲਬਾਤ ਕਰਾਂਗੇ। ਡਾਕਟਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਇਹ ਕਿਤਾਬ ਲਿਖਣ ਦੀ ਲੋੜ ਕਿਉਂ ਪਈ? ਇਸ ਤਰ੍ਹਾਂ ਜੀ ਕਿ ਮੈਂ 30 ਸਾਲ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਵਿਖੇ ਬਤੌਰ ਪ੍ਰਾਧਿਆਪਕ ਕੰਮ ਕੀਤਾ। ਅੱਛਾ ਜੀ। ਔਰ 500 ਸਾਲਾਂ 'ਤੇ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸੀ, ਉਸ ਵੇਲੇ ਮੈਂ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਹੀ ਖੁੱਲ੍ਹੇ ਕਾਲਜ ਗੁਰੂ ਨਾਨਕ ਪ੍ਰੇਮ ਕਰਮਸਰ ਕਾਲਜ ਨਡਾਲਾ ਵਿਖੇ ਵਿਦਿਆਰਥੀ ਸੀ। ਸੋ ਉਸ ਵੇਲੇ ਵੀ ਬੜੀ ਗਹਿਰੀ ਦਿਲਚਸਪੀ ਸੀ ਇਹ ਸਾਰੀ ਜਿਹੜੀ ਸੈਲੀਬ੍ਰੇਸ਼ਨ ਚੱਲ ਰਹੀ ਸੀ। ਔਰ ਪਿਛਲੇ ਸਾਲ 550 ਸਾਲਾਂ 'ਤੇ ਮੈਂ ਤਕਰੀਬਨ ਸਾਰੇ ਦਿਨ ਹੀ ਗੁਰੂ ਮਹਾਰਾਜ ਦੀ ਉਸ ਧਰਤੀ 'ਤੇ ਹਾਜ਼ਰ ਰਿਹਾ ਔਰ ਜਿਹੜੇ ਪ੍ਰੋਗਰਾਮ ਨੇ ਉਹ ਦੇਖਦਾ ਰਿਹਾ ਜੀ। ਜਗਿਆਸਾ ਮਨ ਵਿੱਚ ਇਹ ਜ਼ਰੂਰ ਪੈਦਾ ਹੁੰਦੀ ਸੀ ਕਿ ਹਰ ਸਿੱਖ ਹਿਸਟੋਰੀਅਨ ਨੇ ਗੁਰੂ ਨਾਨਕ ਦੇਵ ਜੀ ਦੀ ਜਿਹੜਾ ਜਨਮ ਦਿਹਾੜਾ ਤਰੀਕ ਹੈ ਜਾਂ ਪ੍ਰਕਾਸ਼ ਪੁਰਬ ਕਹਿ ਲਈਏ, ਉਹ ਲਿਖਿਆ ਵਿਸਾਖ ਸੁਦੀ 3, ਮਨਾਇਆ ਜਾਂਦਾ ਕੱਤਕ ਪੂਰਨਮਾਸ਼ੀ ਨੂੰ। ਅਤੇ ਫਿਰ ਉਹ ਫੁੱਟ ਨੋਟ ਦੇ ਦਿੱਤਾ ਜਾਂਦਾ ਕਿ ਸੰਗਤਾਂ ਇਸ ਨੂੰ ਕੱਤਕ ਪੂਰਨਮਾਸ਼ੀ ਨੂੰ ਪਰੰਪਰਾ ਦੇ ਤੌਰ 'ਤੇ ਮਨਾਉਂਦੀਆਂ ਹਨ, ਜਦੋਂ ਕਿ ਜਨਮ ਦਿਹਾੜਾ ਵਿਸਾਖ ਸੁਦੀ 3 1526 ਯਾਨੀ ਕਿ 15 ਅਪ੍ਰੈਲ 1469 ਆ। ਸੋ ਜਗਿਆਸੂ ਦੇ ਮਨ ਵਿੱਚ ਜਗਿਆਸਾ ਜਾਗਣੀ ਬੜੀ ਸੁਭਾਵਿਕ ਹੈ ਕਿ ਐਸਾ ਕਿਉਂ ਹੈ। ਠੀਕ ਹੈ ਜੀ। ਫਿਰ ਮੈਂ 1912 ਵਿੱਚ ਜਿਹੜੀ ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ ਕਿਤਾਬ ਲਿਖੀ ਸੀ ਕੱਤਕ ਨਹੀਂ ਕੱਤਕ ਕੇ ਵਿਸਾਖ, ਔਰ ਉਸ ਤੋਂ ਬਾਅਦ ਫਿਰ 1970 ਵਿੱਚ ਈਸ਼ਰ ਸਿੰਘ ਨਾਹਰਾ ਹੋਰਾਂ ਨੇ ਕਿਤਾਬ ਲਿਖੀ ਵਿਸਾਖ ਨਹੀਂ ਕੱਤਕ। ਉਹਨਾਂ ਦੇ ਉਲਟ ਲਿਖੀ। ਉਹ ਇੱਕ ਕਿਸਮ ਦਾ ਉਹਨਾਂ ਦਾ ਰਿਜਾਇੰਡਰ ਸੀ। ਅੱਛਾ ਜੀ। ਜੀ। ਅਤੇ ਦੋਵਾਂ ਨੂੰ ਹੀ ਪੜ੍ਹਨ ਤੋਂ ਬਾਅਦ ਫਿਰ ਵੀ ਲੱਗਾ ਵੀ ਨਹੀਂ, ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਨੇ ਉਹ ਐਂ ਲੱਗਦਾ ਵੀ ਓਨੀਆਂ ਪ੍ਰਭਾਵਸ਼ਾਲੀ ਵੀ ਨਹੀਂ ਅਤੇ ਉਨੀਆਂ ਮੰਨਣਯੋਗ ਅਤੇ ਸਾਰਥਕ ਵੀ ਨਹੀਂ। ਫਿਰ ਹੋਰ ਜਿਹੜੇ ਸਿੱਖ ਹਿਸਟੋਰੀਅਨ ਨੇ ਉਹਨਾਂ ਦੀ ਫਰੋਲਾ ਫਰਾਲੀ ਕੀਤੀ, ਫਿਰ ਜਨਮ ਸਾਖੀਆਂ ਦੀ ਫਰੋਲਾ ਫਰਾਲੀ ਕੀਤੀ। ਸਾਰੀਆਂ ਜਨਮ ਸਾਖੀਆਂ ਦਾ ਘੱਟੋ ਘੱਟ ਜਿਹੜਾ ਉਹ ਪੀਰੀਅਡ ਹੈ ਗੁਰੂ ਨਾਨਕ ਐਟ ਸੁਲਤਾਨਪੁਰ ਲੋਧੀ ਵਾਲਾ, ਉਹਦਾ ਵਿਸ਼ਲੇਸ਼ਣ ਕੀਤਾ। ਅਤੇ ਮੰਤਵ ਮੇਰਾ ਸਿਰਫ ਇੰਨਾ ਹੀ ਸੀ ਕਿ ਸਿੱਖ ਸੰਗਤਾਂ ਨੂੰ ਕੋਈ ਨਾ ਕੋਈ ਇੱਕ ਇਸ ਤਰ੍ਹਾਂ ਦਾ ਜਵਾਬ ਜਿਹੜਾ ਉਹ ਜ਼ਰੂਰ ਮਿਲਣਾ ਚਾਹੀਦਾ, ਕਿਉਂਕਿ ਅੱਜ ਅਸੀਂ ਗਲੋਬਲ ਸਿਟੀਜ਼ਨ ਆ। ਸਿੱਖ ਕੌਮ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਵੱਖ-ਵੱਖ ਵਿਕਸਿਤ ਦੇਸ਼ਾਂ ਦੇ ਵਿੱਚ ਬਾਖੂਬੀ ਵਿਚਰ ਰਹੀ ਹੈ। ਔਰ ਸਾਡੇ ਬੱਚੇ ਜਿਹੜੇ ਨੇ ਉਹ ਵੀ ਜਦੋਂ ਹਿਸਟਰੀ ਦੀ ਕਿਤਾਬ ਪੜ੍ਹਦੇ ਨੇ ਅਤੇ ਉਹ ਸਵਾਲ ਪੈਦਾ ਕਰਦੇ ਨੇ ਕਿ ਜੇ ਕੱਤਕ ਸੁਦੀ ਵਿਸਾਖ ਸੀ ਅਤੇ ਫਿਰ ਕੱਤਕ ਪੂਰਨਮਾਸ਼ੀ ਨੂੰ ਕਿਉਂ ਜੇ ਵਿਸਾਖ ਸੁਦੀ 3 ਨੂੰ ਉਹਨਾਂ ਦਾ ਜਨਮ ਹੋਇਆ ਲਿਖਿਆ ਹੈ ਹਿਸਟਰੀ ਦੀ ਕਿਤਾਬ 'ਤੇ। ਸੋ ਉਸ ਸੰਬੰਧ ਵਿੱਚ ਫਿਰ ਮੈਂ ਜਦੋਂ ਮੁਤਾਲਿਆ ਕੀਤਾ ਅਤੇ ਮਕਾਲਫ ਨੇ ਜਿਹੜਾ ਕਿ ਸਿੱਖ ਹਿਸਟੋਰੀਅਨ ਹੋ ਰਿਹਾ, ਅਸੀਂ ਅਕਸਰ ਉਹਨੂੰ ਕੋਟ ਕਰਨੇ ਹਾਂ, ਕੋਡ ਇਸ ਕਰਕੇ ਵੀ ਕਰਨੇ ਹਾਂ ਕਿ ਮਕਾਲਫ ਇੱਕ ਐਸਾ ਵਿਅਕਤੀ ਹੈ ਜਿਸ ਦੇ ਬਾਰੇ ਕਿਹਾ ਜਾ ਸਕਦਾ ਜਾਂ ਕਿਹਾ ਜਾਂਦਾ ਹੈ, ਚਾਹੇ ਦੰਦ ਕਥਾ ਹੀ ਹੈ, ਕਿ ਅਖੀਰ ਤੱਕ ਉਹ ਸਿੱਖ ਹਿਸਟੋਰੀਅਨ ਹੀ ਨਹੀਂ ਤਕਰੀਬਨ ਸਿੱਖ ਹੀ ਬਣ ਚੁੱਕਾ ਸੀ। ਅੱਛਾ ਜੀ। ਔਰ ਉਹਨਾਂ ਕੋਲ ਜਿਹੜਾ ਪੰਜਾਬੀ ਪਾਕਿਸਤਾਨੀ ਇੱਕ ਕੰਮ ਕਰਦਾ ਹੈ, ਉਹਦੇ ਕਹੇ ਮੁਤਾਬਕ ਇਹ ਹੈ ਕਿ ਜਦੋਂ ਉਹਨਾਂ ਦਾ ਅੰਤ ਆਇਆ ਅਤੇ ਅੰਤ ਤੋਂ ਪਹਿਲਾਂ ਉਹਨਾਂ ਨੇ ਕੁਛ 10-15 ਮਿੰਟ ਪਹਿਲਾਂ ਜਪਜੀ ਸਾਹਿਬ ਦਾ ਸੰਪੂਰਨ ਪਾਠ ਕੀਤਾ। ਸੋ ਮਕਾਲਫ ਨੂੰ ਬਹੁਤ ਜ਼ਿਆਦਾ ਕੋਟ ਕੀਤਾ ਜਾਂਦਾ। ਮੈਕਸ ਆਰਥਰ ਮਕਾਲਫ। ਹਾਂਜੀ, ਉਹਨਾਂ ਦਾ ਨਾਮ ਪੂਰਾ ਮੇਰੇ ਖਿਆਲ ਇਹੋ ਹੀ ਹੈ। ਹਾਂ ਜੀ, ਮੈਕਸ ਆਰਥਰ। ਉਹਨਾਂ ਨੇ ਕਿਤਾਬਾਂ ਉਹਨਾਂ ਦੀਆਂ ਕਾਫੀ ਸਿੱਖ ਕੌਮ ਦੇ ਵਿੱਚ ਪ੍ਰਚਲਿਤ ਨੇ, ਬੜੇ ਹਵਾਲੇ ਦੇ ਕੇ ਪੜ੍ਹੀਆਂ ਜਾਂਦੀਆਂ। 6 ਵੋਲੀਅਮ ਵਿੱਚ ਉਹਨਾਂ ਨੇ ਸਿੱਖ ਹਿਸਟਰੀ ਲਿਖੀ ਅਤੇ ਉਹਦੇ ਵਿੱਚ ਗੁਰਬਾਣੀ ਦਾ ਜਿਹੜਾ ਹੈ ਉਹ ਟਰਾਂਸਲੇਟ ਵੀ, ਕਿਉਂਕਿ ਜੇ ਉੱਦਾਂ ਉਹ ਟਰਾਂਸਲੇਟ ਕਰਦੇ ਤਾਂ ਸ਼ਾਇਦ ਸਿੱਖ ਸੰਗਤ ਨੂੰ ਲੱਗਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਇੰਗਲਿਸ਼ ਵਿੱਚ ਜਦੋਂ ਤੁਸੀਂ ਟਰਾਂਸਲੇਸ਼ਨ ਕਰਦੇ ਹੋ ਸਾਰੀ ਧੁਰ ਕੀ ਬਾਣੀ, ਅਤੇ ਉਹ ਕਿਤੇ ਨਰਾਦਰ ਵਾਲੀ ਗੱਲ ਤਾਂ ਨਹੀਂ।
ਇਸ ਕਰਕੇ ਉਹਨਾਂ ਨੇ ਹਿਸਟਰੀ ਦੇ ਵਿੱਚ ਹੀ ਜਿਹੜੀ ਬਾਣੀ ਸੀ ਗੁਰੂਆਂ ਦੀ ਉਹਦਾ ਵੀ ਟਰਾਂਸਲੇਸ਼ਨ ਜਿਹੜਾ ਕੀਤਾ। ਔਰ ਟਰਾਂਸਲੇਸ਼ਨ ਕਰਨ ਤੋਂ ਪਹਿਲਾਂ ਉਹਨਾਂ ਨੇ ਭਾਈ ਕਾਹਨ ਸਿੰਘ ਨਾਭਾ ਉਹਨਾਂ ਨੇ ਮਹਾਰਾਜਾ ਨਾਭਾ ਨੂੰ ਕਹਿ ਕੇ 2 ਸਾਲ ਵਾਸਤੇ ਉਹਨਾਂ ਦੀਆਂ ਸੇਵਾਵਾਂ ਲੈ ਲਈਆਂ ਸੀ ਆਪਣੇ ਕੋਲ। ਮਕਾਲਫ ਨੇ ਜਦੋਂ ਉਹ ਕੰਮ ਕਰ ਰਹੇ ਸੀ ਜੀ। ਔਰ ਰਿਟਾਇਰਮੈਂਟ ਤੋਂ ਬਾਅਦ ਵੀ 8 ਮਹੀਨੇ ਵਾਸਤੇ ਭਾਈ ਕਾਹਨ ਸਿੰਘ ਨਾਭਾ ਜਿਹੜੇ ਨੇ ਉਹਨਾਂ ਨੂੰ ਉਹਨੇ ਉੱਥੇ ਆਪਣੇ ਰਿਟਾਇਰਮੈਂਟ ਤੋਂ ਬਾਅਦ ਇੰਗਲੈਂਡ ਬੁਲਾ ਲਿਆ ਸੀ ਜਦੋਂ ਉਹ ਕੰਮ ਕਰ ਰਹੇ ਸੀ। ਅੱਛਾ ਜੀ। ਔਰ ਜਿੰਨਾ ਕੰਮ ਉਹਨਾਂ ਦਾ ਹੈ ਉਹ ਉਹਨਾਂ ਨੇ ਉਹਦਾ ਜਿਹੜਾ ਕਾਪੀਰਾਈਟ ਹੈ ਉਹ ਵੀ ਭਾਈ ਕਾਹਨ ਸਿੰਘ ਨਾਭਾ ਦੇ ਨਾਂ ਕਰ ਦਿੱਤਾ ਸੀ। ਅੱਛਾ ਜੀ। ਹਾਂ, ਸੋ ਇਸ ਹੱਦ ਤੱਕ ਮੁਕਾਲਫ ਜਿਹੜਾ ਹੈ ਉਹਨੇ ਸ਼ਰਧਾ ਨਾਲ ਕੰਮ ਕੀਤਾ। ਠੀਕ ਹੈ। ਉਹ ਜਦੋਂ ਹੁਣ ਇਸ ਵਿਵਾਦ ਤੇ ਆਉਂਦੇ ਨੇ ਤੇ ਉਹ ਇਹ ਕਹਿੰਦੇ ਨੇ ਵੀ 1815 ਤੱਕ ਤਾਂ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜਨਮ ਦਿਹਾੜਾ ਹੈ ਉਹ ਵਿਸਾਖ ਸੁਦੀ 3 ਨੂੰ ਹੀ ਸੰਗਤਾਂ ਮਨਾਉਂਦੀਆਂ ਰਹੀਆਂ। ਅੱਛਾ ਜੀ। ਤੇ 1815 ਵਿੱਚ ਇਹ ਤਬਦੀਲੀ ਕੀਤੀ ਗਈ। ਇਹ ਤਬਦੀਲੀ ਕਿਉਂ ਕੀਤੀ, ਕਿਹਨੇ ਕੀਤੀ, ਕਿਵੇਂ ਕੀਤੀ, ਉਸ ਦੇ ਉਹ 3-4 ਕਾਰਨ ਦੱਸਦੇ ਨੇ। ਅੱਛਾ ਜੀ। ਪਹਿਲਾ ਕਾਰਨ ਤਾਂ ਉਹ ਇਹ ਦੱਸਦੇ ਨੇ ਕਿ ਅੰਮ੍ਰਿਤਸਰ ਵਿਖੇ ਜਿਹੜਾ ਰਾਮ ਤੀਰਥ ਹੈ ਉੱਥੇ ਕੱਤਕ ਪੂਰਨਮਾਸ਼ੀ ਨੂੰ ਬਹੁਤ ਵੱਡਾ ਮੇਲਾ ਲੱਗਦਾ ਸੀ। ਠੀਕ। ਇਸ਼ਨਾਨ ਦੀ ਪ੍ਰਥਾ ਹੈ ਸ਼ੁਰੂ ਤੋਂ ਹੀ ਹਿੰਦੂ ਧਰਮ ਵਿੱਚ ਕੱਤਕ ਪੂਰਨਮਾਸ਼ੀ ਮਨਾਇਆ ਜਾਂਦਾ। ਤੋ ਨਾਮਦਾਨ ਇਸ਼ਨਾਨ ਵਾਲੀ ਗੱਲ ਜਿਹੜੀ ਬਾਅਦ ਵਿੱਚ ਗੁਰੂ ਨਾਨਕ ਦੇਵ ਜੀ ਨੇ ਵੀ ਅਡੋਪਟ ਕੀਤੀ। ਔਰ ਉੱਥੇ ਸਿੱਖ ਜਿਹੜੇ ਸਨ ਉਹ ਵੀ ਸ਼ਾਮਲ ਹੋ ਜਾਂਦੇ ਸਨ, ਮੇਲੇ ਦੇ ਤੌਰ ਤੇ ਸ਼ਾਮਲ ਹੋ ਗਏ ਜਾਂ ਵੈਸੇ ਸ਼ਾਮਲ ਹੋ ਗਏ, ਰੌਣਕ ਮੇਲੇ ਲਈ ਸ਼ਾਮਲ ਹੋ ਗਏ। ਤੇ ਸੰਤ ਸਿੰਘ ਗਿਆਨੀ ਸੰਤ ਸਿੰਘ ਜਿਹੜੇ ਉਸ ਵੇਲੇ ਸਰਬਰਾਹ ਸਨ ਦਰਬਾਰ ਸਾਹਿਬ ਵਿਖੇ ਜਾਂ ਜਾਇਦਾਦ ਮੁਖਤਿਆਰ ਸਨ, ਮੈਨੇਜਰ ਸਨ, ਕਾਫੀ ਅੱਛੇ ਉਹਨਾਂ ਦੇ ਸੰਬੰਧ ਵੀ ਸਨ ਸਰਕਾਰੀ ਦਰਬਾਰੇ। ਉਹਨਾਂ ਨੇ ਇਹ ਰਾਮ ਤੀਰਥ ਮੇਲੇ ਦੇ ਬਰਾਬਰ ਦਰਬਾਰ ਸਾਹਿਬ ਵਿਖੇ ਮਤਲਬ ਉਤਸਵ ਮਨਾਉਣਾ ਸ਼ੁਰੂ ਕਰਨ ਦਾ ਫੈਸਲਾ ਲਿਆ। ਅੱਛਾ ਜੀ। ਤੇ ਉਹਨਾਂ ਨੇ ਉਹਨਾਂ ਦੇ ਅੱਗੋਂ ਜਿਹੜੇ ਸ਼ਿਸ਼ ਸਨ ਕਹਿ ਲਓ ਉਹ ਸਨ ਭਾਈ ਸੰਤੋਖ ਸਿੰਘ ਜੀ। ਅੱਛਾ ਜੀ। ਭਾਈ ਸੰਤੋਖ ਸਿੰਘ ਹੋਰਾਂ ਨੂੰ ਉਹਨਾਂ ਨੇ ਘਰ ਰੱਖ ਕੇ ਸਿੱਖਿਅਤ ਕੀਤਾ, ਸਿੱਖਿਆ ਦਿੱਤੀ ਧਰਮ, ਸਿੱਖ ਧਰਮ ਇਹਦੇ ਸਾਰੇ ਬਾਰੇ। ਔਰ ਜਿਸ ਤਰ੍ਹਾਂ ਭਾਈ ਬਾਲੇ ਵਾਲੀ ਜਨਮ ਵਿੱਚ ਕੱਤਕ ਪੂਰਨਮਾਸ਼ੀ ਲਿਖਿਆ, ਇਸੇ ਤਰ੍ਹਾਂ ਹੀ ਭਾਈ ਸੰਤੋਖ ਸਿੰਘ ਹੋਰਾਂ ਨੇ ਵੀ ਜਿਹੜਾ ਗੁਰੂ ਜੀ ਦੇ ਬਾਰੇ ਗੁਰੂ ਨਾਨਕ ਪ੍ਰਕਾਸ਼ ਲਿਖਿਆ ਉਹਦੇ ਵਿੱਚ ਜਿਹੜੀ ਮਿਤੀ ਹੈ ਉਹ ਕੱਤਕ ਪੂਰਨਮਾਸ਼ੀ ਦੀ ਲਿਖੀ। ਲੇਕਿਨ ਕੱਤਕ ਪੂਰਨਮਾਸ਼ੀ ਪੂਰਾ ਜਿਹੜਾ ਉਹਨਾਂ ਦਾ ਜੀਵਨ ਹੈ ਗੁਰੂ ਜੀ ਦਾ 70 ਸਾਲ 5 ਮਹੀਨੇ 7 ਦਿਨ, ਜਦੋਂ ਉਹ ਅਸੀਂ ਜਦੋਂ ਉਹਨਾਂ ਦਾ ਜੋਤੀ ਜੋਤ ਸਮਾਉਂਦੇ ਨੇ ਜਿਹਦੇ ਵਿੱਚੋਂ ਮਾਈਨਸ ਕਰੀਏ ਤੇ ਜਨਮ ਤਰੀਕ ਫਿਰ ਵਿਸਾਖ ਸੁਦੀ 3 ਤੇ ਚਲੇ ਜਾਂਦੀ ਹੈ। ਅੱਛਾ ਜੀ। ਈਵਨ ਭਾਈ ਸੰਤੋਖ ਸਿੰਘ ਹੋਰਾਂ ਨੇ ਵੀ ਜੋ ਲਿਖਿਆ ਕੱਤਕ ਪੂਰਨਮਾਸ਼ੀ ਹੈ, ਲੇਕਿਨ ਸੰਪੂਰਨ ਜੀਵਨ ਜਿਹੜਾ ਉਹ ਜਦੋਂ ਜੋਤੀ ਜੋਤ ਵਾਲੀ ਡੇਟ ਵਿੱਚੋਂ ਮਾਈਨਸ ਕਰਨੇ ਆ ਤੇ ਉਹ ਫਿਰ ਵਿਸਾਖ ਸੁਦੀ 3 ਤੇ ਚਲਾ ਜਾਂਦਾ। ਠੀਕ ਹੈ ਜੀ। ਸੋ ਇੱਥੋਂ ਇੱਕ ਤਾਂ ਸ਼ੰਕਾ ਪੈਦਾ ਹੋ ਗਿਆ। ਠੀਕ ਹੈ ਜੀ। ਇੱਕ ਸਾਡੇ ਕੋਲ ਡਾਕੂਮੈਂਟਰੀ ਪ੍ਰੂਫ ਕੋਈ ਨਹੀਂ ਮੁਕਾਲਫ ਦੱਸਦਾ ਵੀ ਜਿਹੜੀ ਇਹ ਗੱਲ ਉਹਨੇ ਲਿਖੀ ਉਹਨੂੰ ਕਿੱਥੋਂ ਪਤਾ ਲੱਗਾ। ਅੱਛਾ, ਫਿਰ ਉਹ ਕਿਉਂ ਲਿਖਦੇ ਜੀ? ਉਹ ਲਿਖਦਾ ਹੈ ਕਿ ਮੈਨੂੰ ਇਹ ਸਾਰੀਆਂ ਗੱਲਾਂ, ਦੂਸਰਾ ਕਾਰਨ ਉਹ ਕਹਿੰਦਾ ਵੀ ਨਨਕਾਣਾ ਸਾਹਿਬ ਵਿਖੇ ਪਾਣੀ ਦੀ ਕਮੀ ਸੀ, ਜਿਹੜੇ ਕਿਸਾਨ ਲੋਕ ਨੇ ਇਹਨਾਂ ਦੇ ਕਿਉਂਕਿ ਬੜੇ ਰੁਝੇਵੇਂ ਵਾਲੇ ਦਿਨ ਸਨ, ਗਰਮੀ ਦਾ ਮੌਸਮ ਸੀ, ਇਹ 3-4 ਦਲੀਲਾਂ ਉਹ ਦਿੰਦਾ। ਲੇਕਿਨ ਇਹ ਦਲੀਲਾਂ ਜਦੋਂ ਅਸੀਂ ਤਰਕ ਤੇ ਉਤਾਰਨੇ ਆ ਤੇ ਕਮਜ਼ੋਰ ਪੈਂਦੀਆਂ। ਪਹਿਲੀ ਜਿਹੜੀ ਹੈਗੀ 1815 ਤੱਕ ਇਹ ਵਿਸਾਖ ਸੁਦੀ 3 ਨੂੰ ਜੇ ਮਨਾਇਆ ਜਾਂਦਾ ਸੀ ਤੇ ਉਸ ਨੂੰ ਬਦਲਿਆ ਗਿਆ। ਉਹਦੇ 'ਚ ਇੱਕ ਤਾਂ ਇਹ ਹੈ ਕਿ ਉਸ ਪੀਰੀਅਡ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੀਰੀਅਡ ਵਿੱਚ ਜਿਹੜੀ ਕਨਿੰਗਮ ਵੀ ਬਹੁਤ ਵੱਡਾ ਸਿੱਖ ਹਿਸਟੋਰੀਅਨ ਹੋਇਆ ਔਰ ਮਹਾਰਾਜਾ ਰਣਜੀਤ ਸਿੰਘ ਨਾਲ ਉਹਦਾ ਤਕਰੀਬਨ 12-13 ਸਾਲ ਦਾ ਸਮਕਾਲੀ ਹੈ ਕਨਿੰਗਮ ਜੀ। ਕਨਿੰਗਮ ਵੀ ਸਿੱਖ ਹਿਸਟਰੀ ਲਿਖ ਰਿਹਾ ਜੀ। ਕਨਿੰਗਮ ਕਿਤੇ ਜ਼ਿਕਰ ਨਹੀਂ ਕਰਦਾ ਇਸ ਗੱਲ ਦਾ ਵੀ ਇਸ ਤੋਂ ਪਹਿਲਾਂ ਵਿਸਾਖ ਸੁਦੀ 3 ਨੂੰ ਮਨਾਇਆ ਜਾਂਦਾ ਸੀ। ਤੇ ਜਿਨ੍ਹਾਂ ਦਿਨਾਂ ਦੇ ਵਿੱਚ ਮੈਂ ਲਿਖ ਰਿਹਾ ਸਾਂ 1815 ਦੇ ਕਰੀਬ ਵੀ ਉਦੋਂ ਆ ਕੇ ਇਸ ਤਰ੍ਹਾਂ ਇਹ ਬਦਲਿਆ ਗਿਆ। ਉਹ ਬਿਲਕੁਲ ਨਹੀਂ ਇਸ ਗੱਲ ਦਾ ਜ਼ਿਕਰ ਕਰਦਾ ਜੀ। ਐਡਾ ਹੀ ਵੱਡੀ ਇਤਿਹਾਸਕ ਜੇ ਅਦਲਾ ਬਦਲੀ ਹੋਵੇ ਤਾਂ ਇਹ ਨਹੀਂ ਸੰਭਵ ਕਿ ਕਨਿੰਗਮ ਉਹਦਾ ਜ਼ਿਕਰ ਨਾ ਕਰੇ। ਅੱਛਾ ਜੀ। ਇੱਕ ਤਾਂ ਨੰਬਰ 1 ਇਹ। ਠੀਕ ਹੈ ਜੀ। ਨੰਬਰ 2 ਮੁਕਾਲਫ ਜਿਹੜਾ ਉਹ ਇਹ ਕੋਈ ਸਾਨੂੰ ਇਤਿਹਾਸਕ ਸਬੂਤ ਨਹੀਂ ਦਿੰਦਾ। ਉਹ ਕਹਿੰਦਾ ਵੀ ਇਹ ਸਾਰੀਆਂ ਗੱਲਾਂ ਮੈਨੂੰ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਨੇ ਦੱਸੀਆਂ। ਪ੍ਰੋਫੈਸਰ ਗੁਰਮੁਖ ਸਿੰਘ ਬੜੇ ਵਿਦਵਾਨ ਸਨ
ਔਰ ਓਰੀਐਂਟਲ ਕਾਲਜ ਲਾਹੌਰ ਵਿਖੇ ਪ੍ਰੋਫੈਸਰ ਸਨ। ਉਹਨਾਂ ਦਾ ਬੜਾ ਯੋਗਦਾਨ ਵੀ ਹੈ, ਖਾਲਸਾ ਕਾਲਜ ਸਥਾਪਿਤ ਕਰਨ ਵਿੱਚ ਵੀ ਉਹਨਾਂ ਦਾ ਬੜਾ ਯੋਗਦਾਨ ਰਿਹਾ। ਔਰ ਲਾਹੌਰ ਕਾਲਜ ਵਿੱਚ ਪੰਜਾਬੀ ਸ਼ੁਰੂ ਕਰਾਉਣ ਵਾਲੇ ਵੀ ਉਹ ਸਨ ਅਤੇ ਆਪ ਵੀ ਉੱਥੇ ਫਿਰ ਉਹ ਪੰਜਾਬੀ ਦੇ ਪ੍ਰੋਫੈਸਰ ਵੀ ਰਹੇ ਜੀ। ਲੇਕਿਨ ਪ੍ਰੋਫੈਸਰ ਗੁਰਮੁਖ ਸਿੰਘ ਹੋਰਾਂ ਦੀ ਕਿਤੇ ਸਾਨੂੰ ਲਿਖਤ ਨਜ਼ਰ ਨਹੀਂ ਆਉਂਦੀ। ਤੇ ਨਾ ਜਦ ਕਿ ਮੁਖਾਲਫ ਨੇ ਇਹ ਗੱਲ ਕਹੀ ਕਿ ਮੈਂ ਉਹਨਾਂ ਕੋਲੋਂ ਸੁਣਿਆ। ਉਹਨਾਂ ਕੋਲ ਸੁਣਿਆ। ਠੀਕ ਹੈ ਜੀ। ਠੀਕ ਹੈ ਜੀ। ਅਸੀਂ ਗੱਲਬਾਤ ਜਾਰੀ ਰੱਖਦੇ ਹਾਂ ਜੀ। ਇੱਕ ਬ੍ਰੇਕ ਦਾ ਸਮਾਂ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਇਹ ਸਾਰੀ ਗੱਲਬਾਤ ਨਿਖੇੜਾ ਅਸੀਂ ਕਰਨ ਦਾ ਯਤਨ ਕਰਾਂਗੇ ਕਿ ਅਸਲ ਤਾਰੀਖ ਕਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ। ਪ੍ਰੋਗਰਾਮ ਵਿਚਾਰ ਚਰਚਾ ਵਿੱਚ ਫਿਰ ਤੋਂ ਆਪ ਜੀ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਜੀ, ਤੁਸੀਂ ਹਵਾਲੇ ਦੇ ਰਹੇ 100 ਮੁਖਾਲਫ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਕਿਸੇ ਦੇ ਬਕੌਲ ਜੋ ਉਹਨਾਂ ਨੇ ਕਿਹਾ ਕਿ ਮੈਂ ਸੁਣੀ ਹੋਈ ਹੈ ਗੱਲ। ਜੀ, ਇਸ ਤੋਂ ਅੱਗੇ ਕਿਹੜੇ ਲੇਖਕਾਂ ਨੇ ਜਾਂ ਵਿਦਵਾਨਾਂ ਨੇ ਜਾਂ ਇਤਿਹਾਸਕਾਰਾਂ ਨੇ ਇਸ ਦਾ ਮੁਤਾਲਿਆ ਕੀਤਾ ਕਿ ਕਿਹੜੀ ਤਾਰੀਖ ਹੈ ਜਾਂ ਕਿਸ ਤਰ੍ਹਾਂ ਦੇ ਰੈਫਰੈਂਸਸ ਉਹਨਾਂ ਨੇ ਦਿੱਤੇ ਨੇ? ਜੀ, ਮੁਖਾਲਫ ਜਿਹੜਾ ਦੂਸਰਾ ਕਾਰਨ ਲਿਖਦਾ ਨਾ ਕਿ ਉਹਨਾਂ ਦਿਨਾਂ ਦੇ ਵਿੱਚ ਅਪ੍ਰੈਲ ਵਿੱਚ ਗਰਮੀ ਬੜੀ ਹੁੰਦੀ ਹੈ। ਅੱਛਾ। ਉਹਨੂੰ ਹੁਣ ਡਾਕਟਰ ਗੋਪਾਲ ਸਿੰਘ ਦਰਦੀ ਹੋਰੀ ਜਾਂ ਵੈਸੇ ਅਸੀਂ ਵੀ ਕੱਟ ਸਕਦੇ ਹਾਂ ਵੀ ਫਿਰ ਜੇ ਇੰਨੀ ਗਰਮੀ ਹੁੰਦੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣਾ ਦਿਵਸ ਜਿਹੜਾ ਹੈ ਉਹ ਐਡਾ ਵੱਡਾ ਇਕੱਠ ਕਰਕੇ ਗਰਮੀ ਕਰਕੇ ਤਾਂ ਨਹੀਂ ਉਹਨਾਂ ਨੇ ਵੀ ਅਦਲਾ ਬਦਲੀ ਕੀਤੀ। ਠੀਕ। ਤੇ ਕੱਤਕ ਵਿੱਚ ਜੇ ਅਸੀਂ ਕਹੀਏ ਵੀ ਪੰਜਾਬ ਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਕਿਸਾਨੀ ਦੇ ਤੇ ਉਹ ਤਾਂ ਫਿਰ ਵਿਸਾਖ ਵਿੱਚ ਬਹੁਤ ਕੰਮ ਹੁੰਦੇ ਨੇ, ਉਹ ਤਾਂ ਕੱਤਕ ਵਿੱਚ ਵੀ ਬਿਆਈ ਦੇ ਕੰਮ ਜਿਹੜੇ ਨੇ ਉਹ ਬਹੁਤ ਹੁੰਦੇ ਨੇ। ਬਿਲਕੁਲ। ਸੋ ਇਹ ਮੈਨੂੰ ਲੱਗਦਾ ਵੀ ਕਾਰਨ ਨਹੀਂ ਬਣਦੇ। ਜੀ। ਦੂਸਰੀ ਗੱਲ ਇਹ ਵੀ ਕੋਈ ਮੇਲਾ ਲੱਗਦਾ ਤੇ ਉਹਦੇ ਕਰਕੇ ਜੇ ਜਨਮ ਤਰੀਕ ਬਦਲਣ ਦੀ ਗੱਲ ਕਰੀਏ ਤੇ ਫਿਰ ਸੁਲਤਾਨਪੁਰ ਲੋਧੀ ਕਿਵੇਂ ਤਰੀਕ ਬਦਲੀ ਗਈ ਹੋਵੇਗੀ, ਕਰਤਾਰਪੁਰ ਸਾਹਿਬ ਕਿਵੇਂ ਬਦਲੀ ਗਈ ਹੋਵੇਗੀ, ਨਨਕਾਣਾ ਸਾਹਿਬ ਕਿੱਦਾਂ ਬਦਲੀ ਗਈ ਹੋਵੇਗੀ। ਅੱਜ ਹੀ ਤੁਸੀਂ ਵੇਖਦੇ ਹੋ ਕਿ ਜੇ ਨਾਨਕਸ਼ਾਹੀ ਕੈਲੰਡਰ ਸ਼ੁਰੂ ਕਰਨਾ ਹੋਏ ਤੇ ਜਿਹੜੀਆਂ ਚੱਲ ਰਹੀਆਂ ਤਰੀਕਾਂ ਨੇ ਉਹਨਾਂ ਨੂੰ ਬਦਲਣਾ ਕਿੰਨਾ ਵੱਡਾ ਔਖਾ ਕਾਰਜ ਹੈ। ਜੀ। ਸੋ ਐਂ ਲੱਗਦਾ ਵੀ ਕਾਰਨ ਕੋਈ ਹੋਰ ਹੋਏਗਾ। ਉਹਦੇ ਵਿੱਚ ਜਦੋਂ ਅਸੀਂ ਫਿਰ ਗਹਿਰਾ ਮੁਤਾਲਿਆ ਕਰਨ ਦੀ ਕੋਸ਼ਿਸ਼ ਕਰਨੇ ਆ ਵੀ ਚਲੋ ਮੰਨ ਲੈਂਦੇ ਹਾਂ ਵੀ ਇਹ ਤਰੀਕ ਬਦਲੀ ਗਈ ਹੋਏਗੀ, ਬਦਲੀ ਗਈ ਹੋਵੇ ਤਾਂ ਫਿਰ ਕੱਤਕ ਪੂਰਨਮਾਸ਼ੀ ਹੀ ਕਿਉਂ? ਅੱਛਾ ਜੀ। ਕਰਮ ਸਿੰਘ ਹਿਸਟੋਰੀਅਨ ਇਹ ਕਹਿੰਦੇ ਨੇ ਤੇ ਉਹਨਾਂ ਦਾ ਇਹ ਥੀਸਿਸ ਹੀ ਇਹ ਹੈ ਵੀ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਆ ਉਹ ਪਹਿਲੀ ਗੱਲ ਤੇ ਭਾਈ ਬਾਲਾ ਜਿਹੜਾ ਹੈ ਉਹ ਸਾਰੀ ਉਮਰ ਦਾ ਅੰਗੀ ਸੰਗੀ ਨਹੀਂ ਸੀ, ਇਹ ਤਾਂ ਹੁਣ ਤੱਕ ਸਥਾਪਿਤ ਹੋ ਚੁੱਕਾ। ਅੱਛਾ, ਕਈ ਮੈਂ ਤੁਹਾਡੀ ਗੱਲ ਰੋਕ ਰਿਹਾ ਤੇ ਕਈ ਵਿਦਵਾਨ ਇਹ ਵੀ ਆਖਦੇ ਨੇ ਕਿ ਬਾਲਾ ਨਾਂ ਦਾ ਕੋਈ ਕਰੈਕਟਰ ਸੀਗਾ ਹੀ ਨਹੀਂ। ਇਹ ਵੀ ਬਿਲਕੁਲ ਨਹੀਂ। ਉਹਦੀ ਵਜ੍ਹਾ ਇਹ ਹੈ ਕਿ ਸਾਡੇ ਕੋਲ ਜਿਹੜਾ ਸਭ ਤੋਂ ਨੇੜਲਾ ਸਰੋਤ ਤੇ ਜਿਸ ਤੇ ਅਸੀਂ ਯਕੀਨ ਕਰ ਸਕਦੇ ਹਾਂ ਉਹ ਤਾਂ ਹੈ ਭਾਈ ਗੁਰਦਾਸ ਜੀ। ਅੱਛਾ ਜੀ। ਤੇ ਭਾਈ ਗੁਰਦਾਸ ਜੀ ਮਰਦਾਨੇ ਦਾ ਤੇ ਬਾਖੂਬੀ ਜ਼ਿਕਰ ਕਰਦੇ ਨੇ। ਭਾਈ ਮਰਦਾਨੇ ਦੇ ਨਾਂ ਤੇ 3 ਸ਼ਲੋਕ ਵੀ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੇ ਨੇ, ਚਾਹੇ ਉਹਨਾਂ ਨੇ ਖੁਦ ਲਿਖੇ ਨੇ ਤੇ ਚਾਹੇ ਭਾਈ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਪਰਥਾਏ ਲਿਖੇ ਨੇ, ਪਰ ਬਾਲੇ ਦਾ ਕਿਤੇ ਜ਼ਿਕਰ ਨਹੀਂ ਆਉਂਦਾ ਜੀ। ਤੇ ਇਸੇ ਤਰ੍ਹਾਂ ਹੀ ਭਾਈ ਬਾਲੇ ਤੋਂ ਸਮਝਿਆ ਜਾਂਦਾ ਜਿਹੜੀ ਪਹਿਲਾਂ ਪੁਰਾਤਨ ਜਨਮ ਸਾਖੀ ਲਿਖੀ ਗਈ ਜਾਂ ਭਾਈ ਮਿਹਰਬਾਨ ਵਾਲੀ ਜਿਹੜੀ ਜਨਮ ਸਾਖੀ ਲਿਖੀ ਗਈ ਜਿਹੜੇ ਗੁਰੂ ਹਰਰਾਏ ਦੇ ਬੇਟੇ ਸਨ, ਗੁਰੂ ਅਰਜਨ ਦੇਵ ਜੀ ਦੇ ਭਤੀਜੇ ਸਨ, ਤੇ ਜਾਂ ਭਾਈ ਮਨੀ ਸਿੰਘ ਹੋਰਾਂ ਨੇ ਜਿਹੜੀ ਜਨਮ ਸਾਖੀ ਲਿਖੀ ਜਿਹੜੀ ਕਿ ਬਹੁਤ ਬਾਅਦ ਵਿੱਚ ਲਿਖੀ, ਉਹਨਾਂ 'ਚੋਂ ਕਿਸੇ ਨੇ ਵੀ ਕੱਤਕ ਪੂਰਨਮਾਸ਼ੀ ਤੇ ਭਾਈ ਬਾਲੇ ਦਾ ਜ਼ਿਕਰ ਨਹੀਂ ਕੀਤਾ। ਸੋ ਭਾਈ ਬਾਲਾ ਜਿਹੜਾ ਉਹ ਗੁਰੂ ਜੀ ਦਾ ਕੋਈ ਅੰਗੀ ਸੰਗੀ ਨਹੀਂ ਸੀ। ਕਿਤੇ ਥੋੜ੍ਹੇ ਸਮੇਂ ਲਈ ਕਿਤੇ ਰਿਹਾ ਹੋਵੇ ਤੇ ਕੁਝ ਕਹਿ ਨਹੀਂ ਸਕਦੇ, ਪਰ ਜਿਹੜੀ ਲੇਟੈਸਟ ਖੋਜ ਹੈ ਉਹ ਇਹੀ ਹੈ ਕਿ ਇਹ ਨਿਰੰਜਣੀਆਂ ਨੇ ਲਿਖਾਈ ਸੀ, ਹੰਦਾਲੀਆਂ ਨੇ ਲਿਖਾਈ ਸੀ ਔਰ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬਹੁਤ ਸਾਰੀਆਂ ਉਹਦੇ ਵਿੱਚ ਸਾਖੀਆਂ ਐਸੀਆਂ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਮਖੌਲ ਉਡਾਇਆ ਜਾਂ ਨੀਚਾ ਕੀਤਾ ਜਾਂ ਇੱਕ ਔਰਤ ਦੇ ਉੱਤੇ ਫਿਦਾ ਹੋਣ ਦੀ ਗੱਲ ਕੀਤੀ ਹੈ, ਜਾਂ ਭਾਈ ਜੈ ਰਾਮ ਜਿਹੜਾ ਹੈ ਉਹ ਜਦੋਂ ਬੇਬੇ ਨਾਨਕੀ ਜੀ ਪਾਣੀ ਕੱਢ ਰਹੇ ਨੇ ਉੱਥੋਂ ਖੂਹੀ ਦੇ ਉੱਤੋਂ ਤੇ ਉਹਦੇ 'ਤੇ ਆਸ਼ਿਕ ਹੋ ਜਾਣ ਦੀ ਗੱਲ ਕੀਤੀ, ਇਹ ਸਾਨੂੰ ਸਵੀਕਾਰ ਨਹੀਂ ਹੈਗੀਆਂ ਜੀ। ਸੋ ਇਹ ਜਨਮ ਸਾਖੀ ਜਿਹੜੀ ਉਹਦੇ ਵਿੱਚ ਬਹੁਤ ਕੁਛ ਐਸਾ ਹੈ ਜਿਹੜਾ ਕਿਸੇ ਇੱਕ ਸਾਜ਼ਿਸ਼ ਦੇ ਅਧੀਨ ਗੁਰੂ ਨਾਨਕ ਦੇਵ ਜੀ ਨੂੰ ਨੀਵਾਂ ਦਿਖਾ ਰਿਹਾ ਤੇ ਬਾਬੇ ਹੰਦਾਲ ਨੂੰ ਵੱਡਾ ਦਿਖਾ ਰਿਹਾ। ਇਹ ਕੌਣ ਨੇ ਜੀ ਹੰਦਾਲੀਏ? ਇਹ ਹੰਦਾਲੀਏ ਬਾਬਾ ਹੰਦਾਲ ਸੀ। ਵੈਸੇ ਤਾਂ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਹ ਉਹਨਾਂ ਦੀ ਲੰਗਰ ਦੀ ਸੇਵਾ ਕਰਦਾ ਹੁੰਦਾ ਸੀ। ਹੌਲੀ ਖੈਰ ਉਹਦਾ ਵੈਸੇ ਅੱਛਾ ਨਾਮ ਹੀ ਬਣ ਗਿਆ, ਪਰ ਬਾਅਦ ਵਿੱਚ ਉਸਨੇ ਕੁਝ ਗਲਤੀਆਂ ਐਸੀਆਂ ਕੀਤੀਆਂ ਜਿਨ੍ਹਾਂ ਕਰਕੇ ਗੁਰੂ ਜੀ ਨੂੰ ਗੁਰੂ ਘਰ ਨੇ ਉਹਨਾਂ ਨੂੰ ਪਿੱਛੇ ਕਰ ਦਿੱਤਾ। ਉਹਨਾਂ ਦਾ ਹੀ ਅੱਗੋਂ ਇੱਕ ਬੇਟਾ ਜਿਹੜਾ ਉਹ ਬਾਲ ਚੰਦ ਸੀ।
ਅੱਛਾ ਜੀ। ਸੋ ਐਂ ਸਮਝਿਆ ਜਾਂਦਾ ਵੀ ਜੇ ਕੋਈ ਭਾਈ ਬਾਲਾ ਹੈ ਸੀ ਤੇ ਅਸਲ ਵਿੱਚ ਉਹ ਬਾਲ ਚੰਦ ਸੀ, ਇਹਨਾਂ ਬਾਬੇ ਹੰਧਾਲ ਦਾ ਹੀ ਮਤਲਬ ਅੱਗੋਂ ਵੰਸ਼ ਵਿੱਚੋਂ ਸੀ, ਜਿਸ ਨੇ ਬਾਬੇ ਹੰਧਾਲ ਨੂੰ ਗੁਰੂ ਨਾਨਕ ਤੋਂ ਵੀ ਉੱਚਾ ਵਿਖਾਉਣ ਦੀ ਕੋਸ਼ਿਸ਼ ਕੀਤੀ। ਠੀਕ ਹੈ ਪਰ ਅਸੀਂ ਕਿਉਂਕਿ ਜਨਮ ਸਾਖੀਆਂ ਧਿਆਨ ਨਾਲ ਪੜ੍ਹੀਆਂ ਨਹੀਂ, ਅਸੀਂ ਗੁਰਦੁਆਰਾ ਸਾਹਿਬ ਵਿੱਚ ਜਿਵੇਂ ਗ੍ਰੰਥੀ ਸਿੰਘਾਂ ਨੇ ਸੁਣਾਤੀਆਂ ਤੇ ਦਿਲਚਸਪੀ ਨਾਲ ਸੁਣਾਤੀਆਂ ਤੇ ਅਸੀਂ ਉੱਦਾਂ ਹੀ ਵਾਹਿਗੁਰੂ ਕਰਕੇ ਉਹ ਸੁਣ ਲਈਆਂ। ਸੋ ਜਦੋਂ ਕਰਮ ਸਿੰਘ ਹਿਸਟੋਰੀਅਨ ਹੋਰਾਂ ਨੇ ਦਾ ਮੁਤਾਲਿਆ ਕੀਤਾ, ਆਪਣੇ ਮੁਤਾਲਿਆ ਵਿੱਚ ਤਾਂ ਉਹ ਕਾਫੀ ਹੱਦ ਤੱਕ ਠੀਕ ਰਹੇ, ਪਰ ਭਾਈ ਬਾਲੇ ਨੇ ਜਨਮ ਮਿਤੀ ਜਿਹੜੀ ਸੀ ਉਹ ਵਿਸਾਖ ਤੋਂ ਬਦਲ ਕੇ ਕੱਤਕ ਪੂਰਨਮਾਸ਼ੀ ਕਿਉਂ ਕੀਤੀ? ਕਰਮ ਸਿੰਘ ਹਿਸਟੋਰੀਅਨ ਕਹਿੰਦੇ ਨੇ ਇਸ ਕਰਕੇ ਕੀਤੀ ਵੀ ਕੱਤਕ ਜਿਹੜਾ ਹੈ, ਕੱਤਕ ਦੀ ਕਨੇਤ ਹੁੰਦੀ ਹੈ, ਕੱਤਕ ਨੈਸ਼ ਮਹੀਨਾ ਹੁੰਦਾ ਹੈ, ਜੇ ਉਸ ਮਹੀਨੇ 'ਚ ਕੋਈ ਜੰਮ ਪਵੇ ਤੇ ਫਿਰ ਉਹ ਔਰਤ ਜਿਹੜੀ ਹੈ ਉਹ ਸੌਂਪੀ ਜਾਂਦੀ ਬ੍ਰਾਹਮਣ ਨੂੰ, ਫਿਰ ਉਹਨੂੰ ਪੈਸੇ ਦੇ ਕੇ ਫਿਰ ਵਾਪਸ ਲੈ ਲਿਆ ਜਾਂਦਾ ਤੇ ਉਹ ਜਿਹੜਾ ਕਨੇਤ ਹੈ ਉਹ ਖਤਮ ਹੋ ਜਾਂਦਾ। ਅੱਛਾ ਜੀ। ਚਲੋ ਮੰਨ ਲਈਏ, ਮੈਂ ਤਾਂ ਨਹੀਂ ਵੈਸੇ ਸਮਝਦਾ ਕਿ ਪੰਜਾਬ ਵਿੱਚ ਅਸੀਂ ਸੱਭਿਆਚਾਰ ਜੇ ਵਿਸ਼ਲੇਸ਼ਣ ਕਰੀਏ ਤਾਂ ਕਿਤੇ ਇਸ ਤਰ੍ਹਾਂ ਦਾ, ਹਾਂ ਕਨੇਤ ਕਨੂਤ ਸੁਣਿਆ ਜ਼ਰੂਰ ਆ, ਪਰ ਇਸ ਹੱਦ ਤੱਕ ਹੋਏ ਇਹ ਨਹੀਂ ਅਸੀਂ ਸੁਣਿਆ। ਠੀਕ। ਪਰ ਕੱਤਕ ਦੇ ਨਾਲ ਫਿਰ ਪੂਰਨਮਾਸ਼ੀ ਕਿਉਂ? ਜੇ ਤਰੀਕ ਬਦਲਣੀ ਹੋਈ ਸੀ ਤਾਂ ਪੂਰਨਮਾਸ਼ੀ ਤੇ ਬਹੁਤ ਪਵਿੱਤਰ ਦਿਹਾੜਾ ਗਿਣਿਆ ਜਾਂਦਾ ਜੀ। ਸੋ ਕੱਤਕ ਜੇ ਕਨੇਤ ਹੈ ਤਾਂ ਪੂਰਨਮਾਸ਼ੀ ਤਾਂ ਕਨੇਤ ਨਹੀਂ ਨਾ ਜੀ। ਸੋ ਕਰਮ ਸਿੰਘ ਹਿਸਟੋਰੀਅਨ ਹੋਰਾਂ ਦੀ ਵੀ ਜਿਹੜੀ ਦਲੀਲ ਹੈ ਉਹ ਓਨੀ ਪਰਪੱਕ ਨਹੀਂ ਲੱਗਦੀ, ਇੱਥੇ ਜਾ ਕੇ ਕਮਜ਼ੋਰ ਪੈ ਜਾਂਦੀ ਹੈ, ਇੱਥੇ ਆ ਕੇ ਕਮਜ਼ੋਰ ਪੈਂਦੀ। ਭਾਈ ਬਾਲੇ ਬਾਰੇ ਜੋ ਵੀ ਉਹਨਾਂ ਨੇ ਦਲੀਲਾਂ ਦਿੱਤੀਆਂ ਉਹ ਕਾਫੀ ਹੱਦ ਤੱਕ ਠੀਕ ਨੇ, ਲੇਕਿਨ ਇਹ ਨਿਰਾਧਾਰ ਜਿਹੀ ਲੱਗਦੀ ਹੈ ਤੇ ਵਿਸ਼ਵਾਸਯੋਗ ਨਹੀਂ ਲੱਗਦੀ। ਸੋ ਇਹ ਸਾਰਾ ਹੀ ਜਦੋਂ ਐਨਾਲਿਸਿਸ ਕਰਨੇ ਆ ਉਦੋਂ ਲੱਗਦਾ ਹੈ ਵੀ ਕੱਤਕ ਪੂਰਨਮਾਸ਼ੀ ਦੀ ਕੋਈ ਮਹਾਨਤਾ ਤਾਂ ਹੈ, ਜੇ ਬਦਲਿਆ ਗਿਆ ਤੇ ਫਿਰ ਵੀ ਹੋਰ ਕਿਉਂ ਦਿਨ ਨਹੀਂ? ਗੁਰੂ ਜੀ ਦੀ ਜ਼ਿੰਦਗੀ ਵਿੱਚ ਕੱਤਕ ਪੂਰਨਮਾਸ਼ੀ ਦਾ ਕੋਈ ਹੋਰ ਮਹੱਤਵ ਹੋਏਗਾ, ਜਿਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਤੇ ਉਹ ਵਿਸਾਖੀ ਵਾਲਾ ਦਿਨ ਫਿਰ ਖਾਲਸੇ ਨਾਲ ਜੁੜ ਗਿਆ, ਫਿਰ ਗੁਰੂ ਨਾਨਕ ਦੇਵ ਜੀ ਨਾਲ ਅਸਲ 'ਚ ਜੁੜਿਆ ਨਹੀਂ ਰਿਹਾ। ਭਾਵੇਂ ਕਿ ਮਤਲਬ ਇਹ ਮੰਨਣਾ ਪਏਗਾ ਕਿ ਜਿਵੇਂ ਅੱਜ ਸਵੇਰੇ ਮੇਰੀ ਸਰਦਾਰ ਪਾਲ ਸਿੰਘ ਪੂਰੇ ਹੋਰਾਂ ਨਾਲ ਗੱਲ ਹੋ ਰਹੀ ਸੀ, ਉਹ ਇੱਕ ਵਿਸਾਖ ਦੀ ਗੱਲ ਕਰ ਰਹੇ ਸੀ ਜੀ। ਮੈਂ ਕਿਹਾ ਵੀ ਜੇ ਇੱਕ ਵਿਸਾਖ ਦਾ ਹੁੰਦਾ ਤਾਂ ਫਿਰ ਵਿਸਾਖੀ ਦਾ ਦਿਹਾੜਾ ਬਣਦਾ ਸੀ, ਵਿਸਾਖੀ ਦਾ ਹੁੰਦਾ ਤਾਂ ਫਿਰ ਸਾਰੀਆਂ ਜਨਮ ਸਾਖੀਆਂ ਵਿੱਚ ਵਿਸਾਖੀ ਦਾ ਦਿਹਾੜਾ ਜ਼ਰੂਰ ਲਿਖਿਆ ਹੋਣਾ ਚਾਹੀਦਾ ਸੀ, ਕਿਉਂਕਿ ਉਹ ਮਹੱਤਵਪੂਰਨ ਦਿਨ ਜੀ। ਜੇ ਵਿਸਾਖੀ ਨਹੀਂ ਲਿਖਿਆ, ਵਿਸਾਖ ਸੁਦੀ 3 ਲਿਖਿਆ, ਫਿਰ ਵੀ ਆਪਾਂ ਇਹ ਸਮਝੀਏ ਵੀ ਸੰਗਤਾਂ ਵਿਸਾਖੀ ਹੀ ਮਨਾਉਣਗੀਆਂ, ਕਿਉਂਕਿ ਉਹ ਬਿਲਕੁਲ ਨੇੜੇ ਦਿਹਾੜਾ ਜਦੋਂ ਆ ਜਾਏ। ਅੱਜ ਵੀ ਆਪਾਂ ਜੇ ਬਿਲਕੁਲ ਨੇੜੇ ਦਿਹਾੜਾ ਆਵੇ, ਨਾ ਸੂਟ ਕਰਦਾ ਹੋਵੇ ਤੇ 2-4 ਅੱਗੇ ਪਿੱਛੇ ਦਿਨ ਗੁਰੂ ਜੀ ਨੂੰ ਯਾਦ ਕਰ ਲੈਂਦੇ। ਬਿਲਕੁਲ ਬਿਲਕੁਲ। ਸੋ ਐਂ ਲੱਗਦਾ ਹੈ ਵੀ ਜਦੋਂ ਵਿਸਾਖੀ ਜੁੜ ਗਈ ਖਾਲਸਾ ਸਾਜਨਾ ਦਿਵਸ ਨਾਲ ਤੇ ਗੁਰੂ ਨਾਨਕ ਦੇਵ ਜੀ ਦਾ 2, 3, 4, 5 ਦਿਨ ਦੇ ਫਰਕ ਨਾਲ ਦਿਹਾੜਾ ਮਨਾਉਣਾ ਜਿਹੜਾ ਸੀ ਉਹ ਸ਼ਾਇਦ ਸੰਭਵ ਨਹੀਂ ਸੀ ਸੰਗਤਾਂ ਵਾਸਤੇ, ਤੇ ਫਿਰ ਦਿਹਾੜਾ ਕਿਹੜਾ ਮਨਾਇਆ ਜਾਵੇ? ਫਿਰ ਉਹ ਦਿਹਾੜਾ ਮਨਾਇਆ ਜਾਵੇ ਜਿਹੜਾ ਗੁਰੂ ਜੀ ਦੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਆ। ਅੱਛਾ ਜੀ। ਹੁਣ ਉਹ ਦਿਹਾੜਾ ਕਿਹੜਾ ਮਹੱਤਵਪੂਰਨ ਹੋ ਸਕਦਾ? ਮੈਂ ਵੈਸੇ ਸੁਲਤਾਨਪੁਰ ਲੋਧੀ ਨੂੰ ਇਹ ਸਮਝਣਾ ਕਿ ਜੋ ਮਹਾਨਤਾ ਗੁਰੂ ਜੀ ਦੇ ਜੀਵਨ ਵਿੱਚ ਸੁਲਤਾਨਪੁਰ ਲੋਧੀ ਦੀ ਹੈ, ਉਹ ਮੁਕਾਮ ਸੁਲਤਾਨਪੁਰ ਨੂੰ ਮਿਲਿਆ ਨਹੀਂ। ਇਹ ਅਜਿਹਾ ਕਿਉਂ ਜੀ? ਉਹਦੇ 3-4 ਕਾਰਨ ਹੋ ਸਕਦੇ ਨੇ ਜੀ। ਇੱਕ ਤਾਂ ਭੂਗੋਲਿਕ ਕਾਰਨ ਨੇ ਜੀ, ਕਿ ਜਦੋਂ ਤਾਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿਖੇ ਰਹਿੰਦੇ ਸਨ, ਮੁੱਖ ਕੇਂਦਰ ਸੀ ਉਹ ਮੁੱਖ ਕੇਂਦਰ ਸੀ। ਠੀਕ। ਔਰ ਜਿਹੜਾ GT ਰੋਡ ਹੈ ਉਹ ਵੀ ਉੱਥੋਂ ਨਿਕਲਦਾ ਸੀ। ਜੇ ਅੱਜ ਵੀ ਤੁਸੀਂ ਸੁਲਤਾਨਪੁਰ ਜਾਓ ਤੇ ਪੁਰਾਣੇ ਪੁਲ ਨੂੰ ਦੇਖੋ ਤੇ ਉਹ 36 ਫੁੱਟ ਚੌੜਾ। ਠੀਕ। ਐਡੇ ਵੱਡੇ ਪੁਲ ਦੇ ਉੱਤੋਂ ਸ਼ਾਹੀ ਫੌਜਾਂ ਜਿਹੜੀਆਂ ਨੇ ਉਹ ਲੰਘਦੀਆਂ ਸਨ। ਉੱਥੇ ਜਿਹੜਾ ਕਿਲ੍ਹਾ ਹੈ ਸ਼ਾਹੀ ਉਹ ਵੀ। ਔਰ ਉਸ ਵੇਲੇ ਮਤਲਬ ਜਿਹੜੀ ਇੱਕ ਸੰਗਤਾਂ ਦੇ ਧਿਆਨ ਵਿੱਚ ਲਿਆਉਣ ਵਾਲੀ ਗੱਲ ਹੈ ਕਿ ਬਿਆਸ ਜਿਹੜਾ ਉਹਦਾ ਵਹਿਣ ਇੱਥੇ ਨਹੀਂ ਸੀ, ਇਹ ਲਾਹੌਰ ਦੇ ਲਾਗੇ ਚੂਨੀਆਂ ਹੈ, ਉੱਥੇ ਵਹਿਣ ਅੱਜ ਵੀ ਉਹਦੇ ਨਜ਼ਰ ਆਉਂਦੇ ਨੇ ਵੀ ਇੱਥੋਂ ਦੀ ਦਰਿਆ ਕਿਸੇ ਵੇਲੇ ਵਹਿੰਦਾ ਹੋਏਗਾ। ਜਿਹੜਾ ਸਤਲੁਜ ਹੈ ਇਹ ਵੀ ਉਸ ਵੇਲੇ ਘੱਗਰ ਦਰਿਆ ਦੇ ਵਿੱਚ ਆ ਕੇ ਡਿੱਗਦਾ ਸੀ। ਸੋ ਇਹ ਬੜਾ ਵਿਸ਼ਾਲ ਏਰੀਆ ਸੀ ਜਿਹੜਾ ਕਿ ਮਤਲਬ ਸੁਲਤਾਨਪੁਰ ਲੋਧੀ ਲਈ ਇੱਕ ਬਹੁਤ ਵੱਡੀ ਰਿਆਸਤ ਸੀ। ਹੜ੍ਹਾਂ ਦੀ ਮਾਰ ਹੈ ਨਹੀਂ ਸੀ, ਨੰਬਰ 1। ਨੰਬਰ 2, ਨਵਾਬ ਦੌਲਤ ਖਾਨ ਲੋਧੀ ਜਿਹੜਾ ਉਹਨੇ ਬੜੇ ਸ਼ੌਂਕ ਨਾਲ ਇਸ ਨੂੰ ਵਿਕਸਿਤ ਕੀਤਾ। ਠੀਕ। 1502-3 ਦੇ ਕਰੀਬ ਨਵਾਬ ਦੌਲਤ ਖਾਨ ਲੋਧੀ ਜਿਹੜਾ ਉਹ ਲਾਹੌਰ ਦਾ ਗਵਰਨਰ ਬਣ ਕੇ ਚਲਾ ਜਾਂਦਾ ਆਪਣੇ ਪਿਤਾ ਜੀ ਦੀ ਮੌਤ ਤੋਂ 2-3 ਸਾਲ ਬਾਅਦ।
2-3 ਸਾਲ ਦਾ। ਇਹ ਜਗ੍ਹਾ ਉਹਨਾਂ ਨੇ ਅਬੈਂਡਨ ਕਰ ਦਿੱਤੀ। ਇਹ ਜਗ੍ਹਾ ਫਿਰ ਜਿਹੜੀ ਸੀ ਇਹ ਨੈਚੁਰਲੀ ਓਡੀ ਜ਼ਿਆਦਾ ਮਹੱਤਵਪੂਰਨ ਨਾ ਰਹੀ ਜਿੱਡੀ ਮਹੱਤਵਪੂਰਨ ਉਹਨਾਂ ਨੇ ਬਣਾਈ ਸੀ ਜੀ, ਕਿਉਂਕਿ ਉਹਨਾਂ ਨੇ ਇਹਨੂੰ ਵਪਾਰਕ ਕੇਂਦਰ ਦੇ ਤੌਰ ਤੇ ਵਿਕਸਿਤ ਕੀਤਾ। ਉਹਨਾਂ ਨੇ ਇੱਥੇ ਕਈ ਮਦਰਸੇ ਜਿਹੜੇ ਸੀ ਉਹ ਸ਼ੁਰੂ ਕੀਤੇ। ਇੱਥੇ ਕਈ ਆਲਮ ਫਾਜ਼ਲ ਲੋਕ ਰਹਿੰਦੇ ਸਨ ਜਿਹੜੇ ਬਹੁਤ ਉੱਚ ਪਾਏ ਦੀ ਸੋਚ ਦੇ ਮਾਲਕ ਸਨ। ਤਾਂ ਹੀ ਸ਼ਾਇਦ ਗੁਰੂ ਨਾਨਕ ਦੇਵ ਜੀ ਦਾ ਜੀ ਵੀ ਇੱਥੇ ਸੁਲਤਾਨਪੁਰ ਲੋਧੀ ਲੱਗ ਗਿਆ, ਜਦੋਂ ਕਿ ਤਲਵੰਡੀ ਉਹਨਾਂ ਦੇ ਕੋਈ ਨਾ ਕੋਈ ਪਿਤਾ ਜੀ ਕਰਕੇ ਜਾਂ ਦੂਜੀ ਤੀਜੀ ਗੱਲ ਕਰਕੇ ਡਿਫਰੈਂਸਿਸ ਰਹਿੰਦੇ ਸੀ। ਜੀ ਜੀ। ਇੱਥੇ ਹੀ ਉਹਨਾਂ ਦੇ ਜੀਵਨ ਵਿੱਚ ਸਭ ਤੋਂ ਜ਼ਿੰਦਗੀ ਦੀ ਮਹੱਤਵਪੂਰਨ ਘਟਨਾ ਜਿਹੜੀ ਉਹ ਵਾਪਰਦੀ ਜੀ। ਤਲਵੰਡੀ ਵਿਖੇ ਜਿਹੜੀਆਂ ਉਹਨਾਂ ਨੇ ਅਲੌਕਿਕ ਜਾਂ ਗੈਬੀ ਸ਼ਕਤੀ ਵਾਲੀਆਂ ਅਸੀਂ ਜੋੜਦੇ ਹਾਂ, ਉਹ ਏਡੀਆਂ ਮਹੱਤਵਪੂਰਨ ਨਹੀਂ ਹੈਗੀਆਂ ਵੀ ਸਰਪ ਛਾਇਆ ਕਰਨੀ ਜਾਂ ਹਰਾ ਹੋ ਜਾਣਾ ਖੇਤਾਂ ਦਾ ਜਾਂ ਸੱਚਾ ਸੌਦਾ ਜਾਂ ਟੀਚਰ ਉਹਦੇ ਨਾਲ ਐਸੇ ਸਵਾਲ ਜਵਾਬ ਕਰਨੇ। ਉਹ ਏਡੇ ਮਹੱਤਵਪੂਰਨ ਨਹੀਂ ਜਿੱਡਾ ਵਹੀਂ ਪ੍ਰਵੇਸ਼ ਤੇ ਵਹੀਂ ਕੌਤਕ ਵਾਲਾ ਮਹੱਤਵ ਆ। ਠੀਕ ਹੈ ਜੀ ਸਰ ਸਾਹਿਬ, ਅਸੀਂ ਇੱਕ ਬ੍ਰੇਕ ਲਵਾਂਗੇ। ਇਸੇ ਵਿਸ਼ੇ ਤੇ ਗੱਲ ਇਹ ਵੀ ਕਰਾਂਗੇ ਅਸੀਂ ਜੀ ਕਿ ਜਦੋਂ ਤੁਸੀਂ ਜਿਹੜਾ ਵੇਈ ਪ੍ਰਵੇਸ਼ ਤੇ ਨਿਕਲਦੇ ਨੇ, ਪ੍ਰਗਟ ਹੁੰਦੇ ਨੇ ਤੇ ਮੂਲ ਮੰਤਰ ਦਾ ਉਚਾਰਨ ਜਿਹੜਾ ਹੈ ਜੀ ਤੇ ਨਾਲ ਜਿਹੜਾ ਉਹਨਾਂ ਦੇ ਅਧਿਆਪਕ ਦੇ ਨਾਲ ਵਾਰਤਾਲਾਪ ਹੈ, ਇਹ ਵੀ ਆਖਿਆ ਜਾਂਦਾ ਕਿ ਉੱਥੇ ਇੱਕ ਓਂਕਾਰ ਲਿਖਿਆ ਗਿਆ, ਇੱਥੇ ਕਿ ਉੱਥੇ ਥੋੜੀ ਜਿਹੀ ਗੱਲਬਾਤ ਇਹ ਵੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਜੀ ਮਿਲਦੇ ਹਾਂ ਛੇਤੀ। ਵਿਚਾਰ ਚਰਚਾ ਪ੍ਰੋਗਰਾਮ ਜਾਰੀ ਹੈ ਜੀ। ਡਾਕਟਰ ਅਕਸਰ ਸਿੰਘ ਘੁੰਮਣ ਜੀ। ਡਾਕਟਰ ਸਾਹਿਬ, ਗੁਰੂ ਨਾਨਕ ਪਾਤਸ਼ਾਹ ਦੀ ਆਪਾਂ ਗੱਲਬਾਤ ਕਰ ਰਹੇ ਹਾਂ, ਜਨਮ ਤਿਥੀ ਦੇ ਬਾਰੇ, ਮਹੀਨੇ ਦੇ ਬਾਰੇ, ਸਮੇਂ ਦੇ ਬਾਰੇ, ਪੂਰਨਮਾਸ਼ੀ ਹੈ ਕਿ ਵਿਸਾਖ ਹੈ, ਇਹ ਸਾਰਾ ਨਖੇੜਾ ਤੇ ਚਲੋ ਅੰਤ ਵਿੱਚ ਕੁਝ ਨਾ ਕੁਝ ਕਰਨ ਦਾ ਯਤਨ ਕਰਾਂਗੇ। ਕਿਤਾਬ ਅਜੇ ਮੈਂ ਦੇਖੀ ਹੈ, ਸਿਰਫ ਪੜ੍ਹੀ ਨਹੀਂ ਹੈ। ਸੁਲਤਾਨਪੁਰ ਲੋਧੀ ਦੀ ਤੁਸੀਂ ਗੱਲਬਾਤ ਕਰ ਰਹੇ ਸੋ ਕਿ ਇਸ ਦੀ ਜੋ ਸਾਡੇ ਗੁਰੂ ਨਾਨਕ ਸਾਹਿਬ ਦੇ ਨਾਲ ਜੁੜੇ ਹੋਏ 3 ਸਥਾਨ ਨੇ ਪ੍ਰਮੁੱਖ। ਇੱਕ ਤੇ ਜਨਮ ਸਥਾਨ ਹੈ, ਇਹ ਹੈ, ਤੇ ਕਰਤਾਰਪੁਰ ਸਾਹਿਬ ਹੈ, ਕਰਮ ਭੂਮੀ ਹੈ, ਉਹ ਇੱਥੇ ਹੋ ਰਹੇ ਨੇ, ਅਧਿਆਤਮਵਾਦ ਨਾਲ ਜੁੜੇ ਰਹੇ ਨੇ। ਹੁਣ ਤੁਸੀਂ ਆਪਣੀ ਗੱਲ ਅੱਗੇ ਦੱਸੋ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਜੋ ਵਾਪਰਿਆ, ਜੋ ਇੱਥੇ ਹੋਇਆ, ਉਸ ਨੂੰ ਤੁਸੀਂ ਉਹਨਾਂ ਦੀ ਜਨਮ ਤਿਥੀ ਦੇ ਨਾਲ ਕਿਵੇਂ ਜੋੜਦੇ ਹੋ? ਇਹ ਸੁਲਤਾਨਪੁਰ ਲੋਧੀ ਮੈਂ ਜਿਵੇਂ ਦੱਸਿਆ ਕਿ ਬੜਾ ਮਹੱਤਵਪੂਰਨ ਪੜਾਅ ਸੀ, ਭਾਵੇਂ ਕਿ ਜਨਮ ਸਾਖੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਸ ਬਾਰੇ ਤੇ ਵਖਰੇਵਾਂ ਹੈ ਵੀ ਉਹ ਕਿੰਨਾ ਸਮਾਂ ਇੱਥੇ ਰਹੇ, ਪਰ ਸਾਰੇ ਅੰਗਰੇਜ਼ ਇਤਿਹਾਸਕਾਰ ਵੀ ਤੇ ਸਾਡੇ ਜਿਹੜੇ ਇਤਿਹਾਸਕਾਰ ਨੇ ਉਹ ਵੀ ਮੰਨਦੇ ਵੀ ਕਾਫੀ ਲੰਬਾ ਸਮਾਂ ਉਹ ਇੱਥੇ ਰਹੇ। ਤੇ ਉਸ ਲੰਬੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਜ਼ਿੰਦਗੀ ਦੀ ਜਿਹੜੀ ਆਪਣੀ ਸਥਾਪਿਤ ਸੀ ਨਾ ਕਿਰਿਆਕ੍ਰਮ, ਉਹ ਸਥਾਪਿਤ ਕਰ ਲਈ ਤਕਰੀਬਨ ਜਿਹਦੀ ਐਕਸਟੈਂਸ਼ਨ ਉਦਾਸੀਆਂ ਤੋਂ ਬਾਅਦ ਕਰਤਾਰਪੁਰ ਸਾਹਿਬ ਜਾ ਕੇ ਹੁੰਦੀ ਹੈ। ਇੱਕ ਤਾਂ ਮਤਲਬ ਮੋਦੀਖਾਨਾ ਕੋਈ ਮਾੜੀ ਮੋਟੀ ਦੁਕਾਨ ਨਹੀਂ, ਬਹੁਤ ਵੱਡੀ ਰਿਆਸਤ ਸੀ ਔਰ ਉਸ ਰਿਆਸਤ ਦੇ ਵਿੱਚ ਈਵਨ ਰਾਏਪੁਰ ਤਲਵੰਡੀ ਦਾ ਏਰੀਆ ਵੀ ਜਿਹੜਾ ਹੈ ਉਹ ਵੀ ਇਸੇ ਰਿਆਸਤ ਦੇ ਥੱਲੇ ਆਉਂਦਾ ਸੀ। ਜਲੰਧਰ ਦੁਆਬ ਦੀ ਇਹ ਰਾਜਧਾਨੀ ਸੀ ਉਸ ਵੇਲੇ। ਸੋ ਬਹੁਤ ਵੱਡਾ ਕਹਿ ਸਕਨੇ ਕਿ ਜ਼ਿੰਮੇਵਾਰੀ ਵਾਲਾ ਕੰਮ ਸੀ। ਉਸ ਵੇਲੇ ਗੁਰੂ ਜੀ ਨੇ ਉਹ ਜ਼ਿੰਮੇਵਾਰੀ ਵਾਲਾ ਕੰਮ ਵੀ ਨਿਭਾਇਆ, ਆਪਣੀ ਗ੍ਰਸਤੀ ਜਿਹੜੀ ਸੀ ਉਹ ਵੀ ਬਾਖੂਬੀ ਨਿਭਾਈ, ਔਰ ਨਾਲ ਦੀ ਨਾਲ ਲੋਕ ਸੇਵਾ ਦਾ ਜਿਹੜਾ ਕੰਮ ਸੀ, ਗਰੀਬ ਗੁਰਬੇ ਦੀ ਜਿਹੜੀ ਸਹਾਇਤਾ ਕਰਨ ਦਾ ਕੰਮ ਸੀ ਉਹ, ਤੇ ਨਾਲ ਸਵੇਰੇ ਸਰਗੀ ਵੇਲੇ ਉੱਠ ਕੇ ਡੇਲੀ ਵਗਦੇ ਪਾਣੀਆਂ ਵਿੱਚ ਜਾ ਕੇ ਇਸ਼ਨਾਨ ਕਰਕੇ ਉਹਦੇ ਕੰਢਿਆਂ ਦੇ ਉੱਤੇ ਸਮਾਧੀ ਕਰਨੀ, ਇਕਾਗਰਤਾ ਕਰਨੀ, ਭਗਤੀ ਕਰਨੀ, ਔਰ ਉਹਦੇ ਕੰਢਿਆਂ 'ਤੇ ਜਿਹੜੇ ਬੈਠੇ ਸਨ ਇਸ ਕਿਸਮ ਦੇ ਲੋਕ, ਅਧਿਆਤਮਵਾਦੀ ਲੋਕ, ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ, ਇਹ ਉਹਨਾਂ ਦਾ ਰੂਟੀਨ ਸੀ ਜਿਹੜਾ ਕਿ ਸਾਰੀਆਂ ਜਨਮ ਸਾਖੀਆਂ ਵਿੱਚੋਂ ਉੱਭਰ ਕੇ ਸਾਹਮਣੇ ਆਉਂਦਾ। ਭਾਵੇਂ ਕਿ ਇਸ ਗੱਲ ਬਾਰੇ ਦੋ ਰਾਇਆਂ ਨੇ ਕਿ ਉਹ ਜਨਮ ਸਿੱਧ ਹੀ ਰੱਬ ਸਨ ਜਾਂ ਦੇਵੀ ਸਨ, ਉਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ ਜੀ। ਜੋ ਵੀ ਮਹਾਨ ਪੁਰਖ ਹੁੰਦਾ ਉਹ ਬਚਪਨ ਤੋਂ ਹੀ ਕੁਦਰਤ ਉਸ ਨੂੰ ਕੁਝ ਵੱਖਰੀਆਂ ਬਖਸ਼ਿਸ਼ਾਂ ਦੇ ਕੇ ਭੇਜਦੀ ਹੈ, ਤਾਂ ਹੀ ਉਹ ਮਹਾਨ ਪੁਰਖ ਬਣਦਾ। ਪਰ ਸ਼ਾਇਦ ਜਿਹੜਾ ਕਲਮੀਨੇਸ਼ਨ ਹੈ ਉਹਨਾਂ ਦੀ ਜਿਗਿਆਸਾ ਦੀ, ਉਹਨਾਂ ਦੀ ਭਗਤੀ ਦੀ, ਉਹਨਾਂ ਦੇ ਚਿੰਤਨ ਦੀ, ਉਹ ਸੁਲਤਾਨਪੁਰ ਮਤਲਬ ਅਖੀਰਲਾ ਜਿਹੜਾ ਪੜਾਅ ਹੈ ਉਹ ਪਹੁੰਚਦਾ। ਅੱਛਾ ਜੀ। ਇਹਦੇ ਵਿੱਚ ਮੈਂ ਉਚੇਚਾ ਜ਼ਿਕਰ ਕਰਨਾ ਚਾਹਾਂਗਾ WH ਮਕਲੋਡ ਹੋਇਆ ਇੱਕ ਅੰਗਰੇਜ਼ ਜਿਸ ਨੇ ਗੁਰੂ ਨਾਨਕ ਦੇਵ ਜੀ ਤੇ PhD ਕੀਤੀ ਜੀ। ਪਹਿਲਾਂ ਉਹ ਰੋਪੜ ਪੜ੍ਹਾਉਂਦਾ ਰਿਹਾ, ਮਿਸ਼ਨਰੀ ਸੀ, ਤੇ ਉਸ ਤੋਂ ਬਾਅਦ ਫਿਰ ਮੈਂ ਜਿਹੜੇ ਕਾਲਜ ਤੋਂ MA ਇੰਗਲਿਸ਼ ਕੀਤੀ, ਬੇਰਿੰਗ ਕ੍ਰਿਸਚਨ ਕਾਲਜ ਬਟਾਲੇ ਤੋਂ, ਉੱਥੇ ਉਹ ਕ੍ਰਿਸਚਨ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਵਿੱਚ ਡਾਇਰੈਕਟਰ ਸੀ ਔਰ ਕਾਲਜ ਵਿੱਚ ਹਿਸਟਰੀ ਪੜ੍ਹਾਉਂਦਾ ਹੁੰਦਾ ਸੀ। ਬਾਅਦ ਵਿੱਚ ਉਹਨੂੰ ਸ਼ਾਇਦ ਰੌਕਫੈਲਰ ਸਕਾਲਰਸ਼ਿਪ, ਇੰਟਰਨੈਸ਼ਨਲ ਸਕਾਲਰਸ਼ਿਪ ਮਿਲਿਆ, ਤੇ ਉਸ ਬੇਸ 'ਤੇ ਉਹਨੇ ਫਿਰ ਜਨਮ ਸਾਖੀਆਂ ਦਾ ਜਿਹੜਾ ਅਧਿਐਨ ਹੈ ਉਹ ਕੀਤਾ, ਤੇ ਅਰਲੀ ਸਿੱਖ ਓਰਲ ਟ੍ਰੈਡੀਸ਼ਨ ਜਿਹੜੀ ਹੈ
ਉਹ ਕਿਤਾਬ ਲਿਖੀ। ਅੱਛਾ ਜੀ। ਉਸ ਕਿਤਾਬ ਵਿੱਚ ਉਹਨੇ ਸਾਨੂੰ ਬੜਾ ਝਟਕਾ ਤੇ ਹਿਲਾਉਣਾ ਦਿੱਤਾ ਵੀ ਬਹੁਤ ਸਾਰੀਆਂ ਜਿਹੜੀਆਂ ਸਾਖੀਆਂ ਨੇ ਇਹ ਵਿਸ਼ਵਾਸ ਕਰਨ ਯੋਗ ਨਹੀਂ। ਅੱਛਾ ਜੀ। ਉਹਦੇ ਤੋਂ ਫਿਰ ਸਾਡੇ ਜਿਹੜੇ ਸਿੱਖ ਵਿਦਵਾਨ ਨੇ, ਡਾਕਟਰ ਕਿਰਪਾਲ ਸਿੰਘ ਨੇ, ਇਹਨਾਂ ਨੇ ਜਨਮ ਸਾਖੀ ਪਰੰਪਰਾ ਲਿਖੀ ਔਰ ਕੋਸ਼ਿਸ਼ ਕੀਤੀ ਕਿ ਥੋੜ੍ਹਾ ਵਿਗਿਆਨਕ ਢੰਗ ਦੇ ਨਾਲ ਜਨਮ ਸਾਖੀਆਂ ਦਾ ਮੁਤਾਲਿਆ ਕੀਤਾ ਜਾਵੇ ਵੀ ਆਹ ਮੰਨਣ ਯੋਗ ਲੱਗਦੀ ਹੈ। ਅਤੇ ਲੇਕਿਨ ਐਟ ਦਾ ਸੇਮ ਟਾਈਮ ਇਹ ਵੀ ਪ੍ਰੋਬਲਮ ਹੈ ਕਿ ਸਾਡੇ ਕੋਲ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਜੀਵਨ ਫਲਸਫਾ ਉਹ ਤਾਂ ਬਾਖੂਬੀ ਸਾਡੇ ਕੋਲ ਸਾਂਭਿਆ ਪਿਆ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਹੋਣ ਕਰਕੇ, ਲੇਕਿਨ ਉਹਨਾਂ ਦਾ ਜਿਹੜਾ ਇਤਿਹਾਸਕ ਜੀਵਨ ਹੈ ਉਹਦੇ ਲਈ ਸਾਨੂੰ ਜਨਮ ਸਾਖੀਆਂ ਤੋਂ ਬਿਨਾਂ ਹੋਰ ਸਾਡੇ ਕੋਲ ਕੋਈ ਵੱਡੇ ਸਰੋਤ ਵੀ ਨਹੀਂ ਹੈਗੇ। ਅੱਛਾ ਜੀ। ਜਿਹੜਾ ਸਰੋਤ ਮਿਲਦਾ ਹੈ ਗੈਰ ਸਿੱਖ ਦਾ ਉਹ ਮੋਹਸਿਨ ਫਾਨੀ ਦਾ ਮਿਲਦਾ, ਅਤੇ ਮੋਹਸਿਨ ਫਾਨੀ ਦੀ ਕਿਤਾਬ ਹੈ ਮਜ਼ਾਹਬ ਦਾਬਿਸਤਾਨ, ਜਿਸ ਵਿੱਚ ਉਹਨੇ ਹੋਰ ਵੱਖ-ਵੱਖ ਧਰਮਾਂ ਬਾਰੇ ਲਿਖਿਆ ਅਤੇ ਸਾਡੇ ਧਰਮ ਬਾਰੇ ਵੀ ਨਾਨਕ ਪੰਥੀ ਇੱਕ ਚੈਪਟਰ ਹੈ ਉਹ ਲਿਖਿਆ। ਪਰ ਉਹ ਵੀ ਮੋਹਸਿਨ ਫਾਨੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦਾ ਹੋਇਆ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਜਾਣਦਾ ਸੀ, ਗੁਰੂ ਹਰਰਾਏ ਸਾਹਿਬ ਜੀ ਨੂੰ ਵੀ ਮਿਲਿਆ ਗਿਲਿਆ ਵੀ ਹੈ। ਸੋ ਉਹਦੇ ਤੋਂ ਪਹਿਲਾਂ ਦਾ ਤਾਂ ਸਾਡੇ ਕੋਲ ਸਰੋਤ ਹੀ ਕੋਈ ਨਹੀਂ। ਇਸ ਕਰਕੇ ਜਨਮ ਸਾਖੀਆਂ 'ਤੇ ਸਾਨੂੰ ਟੇਕ ਤਾਂ ਲਾਉਣੀ ਹੀ ਪੈਣੀ ਹੈ। ਅਤੇ ਉਹ ਜਿਹੜਾ ਬੰਦਾ ਮੈਕਲੋਡ ਹੈ ਉਹ ਲਿਖਦਾ ਵੀ ਇਹ ਜਨਮ ਸਾਖੀਆਂ ਜਿਹੜੀਆਂ ਨੇ ਇਹ ਵਿਸ਼ਵਾਸਯੋਗ ਨਹੀਂ। ਅੱਛਾ ਜੀ। ਅਸੀਂ ਉਹਨੂੰ ਕੰਡੈਮ ਵੀ ਬੜਾ ਕੀਤਾ ਵੀ ਇਹ ਕ੍ਰਿਸਚਨ ਹੋਣ ਕਰਕੇ ਜਾਣ-ਬੁੱਝ ਕੇ ਮਤਲਬ ਇਸ ਤਰ੍ਹਾਂ ਦਾ ਲਿਖਦਾ, ਪਰ ਉਹਨੇ ਮੰਨਿਆ ਵੀ ਮੈਂ ਆਊਟਸਾਈਡਰ ਹਾਂ, ਮੈਂ ਤਾਂ ਆਊਟਸਾਈਡਰ ਦੇ ਤੌਰ 'ਤੇ ਉਹਦੇ ਬਾਰੇ ਲਿਖਾਂਗਾ ਕਿਉਂਕਿ ਮੇਰੀ ਸ਼ਰਧਾ ਥੋੜ੍ਹਾ ਹੈਗੀ ਹੈ। ਸੋ ਮੈਂ ਤਾਂ ਐਜ਼ ਏ ਸਕੋਲਰ ਲਿਖ ਰਿਹਾ। ਬਿਲਕੁਲ। ਲੇਕਿਨ ਉਹ ਵੀ ਮੰਨਦਾ ਇਹ ਗੱਲ ਕਿ ਸਮਥਿੰਗ ਐਕਸਟਰਾ ਆਰਡੀਨਰੀ ਹੈਪਨਡ ਔਨ ਏ ਸਰਟਨ ਪਾਰਟੀਕੂਲਰ ਡੇ, ਵੈਦਰ it was a culmination of the experience or enlightenment or this realization that God has thrust upon me a duty to spread the message to the world and that was a decisive day। ਅੱਛਾ ਜੀ। ਜੇ ਹੁਣ ਜਿਹੜਾ ਐਡਾ ਰੈਸ਼ਨਲ ਬੰਦਾ ਜਿਹੜਾ ਸਾਡੀਆਂ ਜਨਮ ਸਾਖੀਆਂ ਨੂੰ ਵੀ ਮਤਲਬ ਕਹਿ ਦਿੰਦਾ ਵੀ ਇਹ ਵਿਸ਼ਵਾਸਯੋਗ ਨਹੀਂ ਹੈਗੀਆਂ, ਉਹ ਵੀ ਇਸ ਗੱਲ ਦੀ ਓਰਲ ਟਰਡੀਸ਼ਨ ਦੇ ਵਿੱਚ ਕਹਿੰਦਾ ਵੀ 100% ਇਹ ਯਕੀਨ ਕੀਤਾ ਜਾ ਸਕਦਾ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਚਾਹੇ ਤੁਸੀਂ ਉਹਨੂੰ ਇਹ ਕਹਿ ਲਓ ਵੀ ਜੋ ਉਹਨਾਂ ਦੀ ਜਗਿਆਸਾ ਦਾ ਐਕਸਪੀਰੀਅੰਸ ਸੀ ਉਹਦਾ ਉਹ ਸਿਖਰ ਸੀ, ਚਾਹੇ ਉਹ ਚਾਨਣਵੰਤ ਹੋਣ ਵਾਲੀ ਗੱਲ ਸੀ, ਚਾਹੇ ਗਿਆਨਵੰਤ ਹੋਣ ਵਾਲੀ ਗੱਲ ਸੀ, ਜਾਂ ਇਹ ਇੱਕ ਰੀਅਲਾਈਜੇਸ਼ਨ ਸੀ ਕਿ ਉਸ ਪਰਮਾਤਮਾ ਨੇ ਮੇਰੇ ਦੇ ਉੱਤੇ ਇਹ ਜ਼ਿੰਮੇਵਾਰੀ ਨਾਜ਼ਲ ਕੀਤੀ ਹੈ, ਆਇਦ ਕੀਤੀ ਹੈ ਕਿ ਮੈਂ ਏਕੋ ਸਿਮਰੋ ਨਾਨਕਾ ਦਾ ਜਿਹੜਾ ਸੁਨੇਹਾ ਹੈ ਇਹ ਸਾਰੀ ਦੁਨੀਆ ਨੂੰ ਪਹੁੰਚਾਉਣਾ। ਇਹ ਤਾਂ ਫਿਰ ਸਾਰਾ ਕੁਝ ਸੁਲਤਾਨਪੁਰ ਲੋਧੀ ਵਿਖੇ ਹੀ ਵਾਪਰਿਆ ਨਾ। ਅਤੇ ਜੇ ਅਸੀਂ ਜਨਮ ਸਾਖੀਆਂ 'ਤੇ ਥੋੜ੍ਹਾ ਜਿਹਾ ਹੋਰ ਯਕੀਨ ਕਰੀਏ ਅਤੇ ਉਹ ਇਹ ਵੀ ਹੈ ਫਿਰ ਜਿਹੜਾ ਮਤਲਬ ਮੂਲ ਮੰਤਰ ਹੈ ਉਹ ਵੀ ਜਨਮ ਸਾਖੀ ਜਿਹੜੀ ਕਹਿੰਦੀ ਹੈ ਕਿ ਜਦੋਂ ਪਰਮਾਤਮਾ ਦੇ ਮਹਿਲ ਵਿੱਚ, ਪਰਮਾਤਮਾ ਦੇ ਦਰਬਾਰ ਵਿੱਚ ਉਹਨਾਂ ਨੂੰ ਪਹੁੰਚਾਇਆ ਗਿਆ। ਉਹਦੇ ਵਿੱਚ ਇੱਕ ਗੱਲ ਹੋਰ ਵੀ ਹੈ ਕਿ ਜਨਮ ਸਾਖੀ ਜਿਹੜੀ ਹੈ ਜਦੋਂ ਇਹ ਗੱਲ ਕਰਦੀ ਹੈ ਅਤੇ ਉਦੋਂ ਪਹਿਲਾਂ ਉਹ ਸਿਰਫ ਉਹਨਾਂ ਦੇ ਲਈ ਨਾਨਕ ਲਫ਼ਜ਼ ਹੀ ਵਰਤਦੇ ਜਾਂ ਭਗਤ ਨਾਨਕ ਵਰਤਦੇ ਨੇ। ਅੱਛਾ ਜੀ। ਅਤੇ ਜਦੋਂ ਪਰਮਾਤਮਾ ਉਹਨਾਂ ਨੂੰ ਇਹ ਕਹਿੰਦੇ ਨੇ ਕਿ ਮੈਂ ਅੱਜ ਤੋਂ ਪਰਮ ਪਰਮੇਸ਼ਰ ਅਤੇ ਤੂੰ ਅੱਜ ਤੋਂ ਗੁਰੂ ਪਰਮੇਸ਼ਰ, ਉਹ ਤੋਂ ਫਿਰ ਬਾਅਦ ਜਨਮ ਸਾਖੀ ਵਾਲਾ ਉਹਨਾਂ ਨੂੰ ਗੁਰੂ ਨਾਨਕ ਦੇਵ ਜੀ, ਗੁਰੂ ਨਾਨਕ ਕਹਿਣ ਲੱਗ ਪੈਂਦਾ, ਦੇਵ ਜੀ ਤਾਂ ਨਹੀਂ, ਗੁਰੂ ਨਾਨਕ ਕਹਿਣ ਲੱਗ ਪੈਂਦਾ। ਅੱਛਾ ਜੀ। ਸੋ ਜਨਮ ਸਾਖੀ ਜਿਹੜੀ ਹੈ ਚਾਹੇ ਉਹ 'ਤੇ ਯਕੀਨ ਕਿੰਨਾ ਕੁ ਕਰਨਾ ਸੀ ਉਹ ਗੱਲ ਵੱਖਰੀ ਹੈ, ਪਰ ਕਿਉਂਕਿ ਸਾਡੇ ਕੋਲ ਹੋਰ ਕੁਛ ਹੈ ਵੀ ਨਹੀਂ ਯਕੀਨ ਕਰਨ ਲਈ, ਜੀ 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 ਜੀ, ਸੋ ਉਹ ਵੀ ਮੰਨਦੀ ਹੈ ਕਿ ਉਸ ਦਿਨ ਉਹਨਾਂ ਨੂੰ ਗੁਰੂ ਪਰਮੇਸ਼ਰ ਦਾ ਖਿਤਾਬ ਪਰਮ ਪਰਮਾਤਮਾ ਨੇ ਦਿੱਤਾ ਜੀ। ਹੁਣ ਇਸ ਦਿਹਾੜੇ ਨੂੰ ਅਸੀਂ ਚਾਹੇ ਪ੍ਰਭ ਮਿਲਨ ਦਿਵਸ ਕਹਿ ਲਈਏ, ਚਾਹੇ ਇਹਨੂੰ ਰੀਅਲਾਈਜੇਸ਼ਨ ਕਹਿ ਲਈਏ, ਸਪਿਰਿਚੁਅਲ ਰੀਅਲਾਈਜੇਸ਼ਨ ਕਹਿ ਲਈਏ, ਚਾਹੇ ਇਹਨੂੰ ਗੁਰੂ ਦਿਵਸ ਦਿਹਾੜਾ ਕਹਿ ਲਈਏ, ਨਾ ਭਾਸ਼ਾ ਦੇ ਹਿਸਾਬ ਨਾਲ ਕੀ ਦੇਣਾ ਇਹ ਹੋਰ ਵਿਦਵਾਨ ਸੋਚ ਸਕਦੇ ਨੇ ਜੀ। ਲੇਕਿਨ ਇਹ ਦਿਨ ਜਿਹੜਾ ਸੀ ਇਹ ਬੇਹੱਦ ਮਹੱਤਵਪੂਰਨ ਸੀ। ਔਰ ਇਸ ਦਿਨ ਬਾਰੇ ਤਰਕਸ਼ੀਲ ਜਿਹੜੇ ਨੇ ਉਹ ਇਸ ਗੱਲ ਨੂੰ ਇਸ ਤਰ੍ਹਾਂ ਕਹੀ ਜਾਣ ਵੀ ਉਹ 3 ਦਿਨ ਕਿਵੇਂ ਕੋਈ ਪਾਣੀ 'ਚ ਰਹਿ ਸਕਦਾ ਜੀ। ਭਾਈ ਮਨੀ ਸਿੰਘ 8 ਦਿਨ ਲਿਖਦੇ ਨੇ, 8 ਦਿਨ ਕਿਵੇਂ ਕੋਈ ਪਾਣੀ ਵਿੱਚ ਰਹਿ ਸਕਦਾ ਜੀ। ਉਸ ਘਟਨਾ ਨੂੰ ਪਾਸੇ ਛੱਡ ਦਈਏ ਵੀ ਪਾਣੀ ਵਿੱਚ ਰਹੇ ਜਾਂ ਕੀ ਹੋਇਆ, ਪਰ ਹੋਇਆ ਕੀ, ਠੀਕ ਹੈ ਗੱਲ, ਉਹ ਮਹੱਤਵਪੂਰਨ ਹੈ। ਬਿਲਕੁਲ। ਅਤੇ ਹੋਇਆ ਫਿਰ ਇਹ ਵੀ 3 ਦਿਨ ਵਾਸਤੇ ਗੁਰੂ ਜੀ ਜਿਹੜੇ ਨੇ ਉਹ ਜਦੋਂ ਨਹੀਂ ਲੱਭੇ ਅਤੇ ਸਾਰੇ ਸੁਲਤਾਨਪੁਰ ਲੋਧੀ ਵਿੱਚ ਹਾਹਾਕਾਰ ਮੱਚ ਗਈ ਵੀ ਜਿਹੜੇ ਲਫ਼ਜ਼ ਨੇ, ਜਿਹੜਾ ਨਾਲ ਗਿਆ ਸੀ ਟਹਿਲੂਆ, ਜਿਹੜਾ ਨਾਲ ਕੱਪੜੇ ਮੰਨੇ ਉਹਨਾਂ ਦੇ ਲੈ ਕੇ ਖਲੋਤਾ ਰਹਿੰਦਾ ਸੀ, ਉਹਨੇ ਕਿਹਾ ਨਵਾਬ ਨੂੰ ਵੀ ਆ ਕੇ ਦੱਸਿਆ ਵੀ ਗੁਰੂ ਜੀ ਮਰ ਗਏ ਨੇ, ਡੁੱਬ ਗਏ ਨੇ, ਗਾਇਬ ਹੋ ਗਏ ਨੇ, ਟੂਬੀ ਮਾਰੀ ਸੀ, ਮੁੜ ਕੇ ਲੱਭੇ ਹੀ ਨਹੀਂ, ਮੈਂ ਕਿੰਨੀ ਦੇਰ ਉੱਥੇ ਉਡੀਕਦਾ ਰਿਹਾ।
ਤੇ ਹਾਹਾਕਾਰ ਤਾਂ ਮਚਣੀ ਸੀ, ਕਿਉਂਕਿ ਉਹ ਸਧਾਰਨ ਵਿਅਕਤੀ ਨਹੀਂ ਸਨ। ਬਿਲਕੁਲ। ਗੁਰੂ ਜੀ ਨੇ ਜੋ ਆਪਣਾ ਨਾਮਨਾ ਖੱਟਿਆ ਸੀ ਉੱਥੇ ਸੁਲਤਾਨਪੁਰ ਲੋਧੀ ਵਿੱਚ, ਸੰਗਤਾਂ ਆਉਂਦੀਆਂ ਸਨ। ਔਰ ਮੇਰਾ ਮਨ ਤਾਂ ਇਹ ਵੀ ਕਹਿੰਦਾ ਵੀ ਇਹ ਨਾ ਸੋਚੀਏ ਵੀ ਗੁਰੂ ਨਾਨਕ ਦੇਵ ਜੀ ਅਚਾਨਕ ਹੀ ਉਦਾਸੀਆਂ ਤੇ ਚੱਲ ਪਏ ਹੋਣਗੇ। ਬਹੁਤ ਦੂਰ ਦਰੇਡੇ ਤੱਕ ਦੇ ਅਧਿਆਤਮਵਾਦੀ ਲੋਕ ਉਹਨਾਂ ਦੇ ਉਸ ਵੇਲੇ ਵੀ ਵਾਕਫ ਸਨ ਵੀ ਸੁਲਤਾਨਪੁਰ ਲੋਧੀ ਵਿੱਚ ਕੋਈ ਇਸ ਤਰ੍ਹਾਂ ਦੀ ਸ਼ਖਸੀਅਤ ਬੈਠੀ ਹੈ ਜਿਨ੍ਹਾਂ ਦੀ ਸੋਚ ਆਮ ਸੋਚ ਨਾਲੋਂ ਅਲੱਗ ਹੈ। ਉਹ ਆਉਂਦੇ ਵੀ ਹੋਣਗੇ ਉੱਥੇ, ਆਉਂਦੇ ਜਾਂਦੇ ਉਸ GT ਰੋਡ ਦੇ ਉੱਤੇ ਗੁਰੂ ਜੀ ਕੋਲ ਠਹਿਰਦੇ ਵੀ ਹੋਣਗੇ, ਉਹਨਾਂ ਨਾਲ ਵਿਚਾਰ ਵਟਾਂਦਰੇ ਵੀ ਹੋਣਗੇ, ਉਹ ਫਿਰ ਹੋਰ ਅੱਗੇ ਜਾ ਕੇ ਵੀ ਕਿਤੇ ਗੱਲਾਂ ਕਰਦੇ ਹੋਣ। ਜੀ ਡਾਕਟਰ ਸਾਹਿਬ, ਜਦੋਂ ਗੁਰੂ ਨਾਨਕ ਸਾਹਿਬ ਦਾ ਇੱਕ ਤਾਂ ਇਹ ਗੱਲ ਆਈ ਜਦੋਂ ਅਸੀਂ ਬ੍ਰੇਕ ਲਈ ਸੀ ਜੀ ਤੇ ਇਹ ਗੱਲ ਕਰ ਰਹੇ ਸਾਂ ਕਿ ਜਿਹੜਾ ਉਹਨਾਂ ਦਾ ਆਪਣੇ ਅਧਿਆਪਕ ਦੇ ਨਾਲ ਵਾਰਤਾਲਾਪ ਹੈ ਜੀ, ਇਹ ਕਿਹਾ ਜਾਂਦਾ ਕਿ ਉੱਥੇ ਮੂਲ ਮੰਤਰ ਦਾ ਉਚਾਰਨ ਹੋਇਆ, ਤੇ ਫਿਰ ਬਹੁਤੇ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਇੱਥੇ ਹੋਇਆ ਜਦੋਂ ਅਸੀਂ ਸਿੱਖ ਕੌਮ ਹੁਣ ਮੰਨਦੀ ਹੈ ਜਿਸ ਹਿਸਾਬ ਨਾਲ। ਫਿਰ ਦੋਵਾਂ ਵਿੱਚੋਂ ਕਿਸ ਗੱਲ ਨੂੰ ਜ਼ਿਆਦਾ ਅਸੀਂ ਜਿਹੜਾ ਅਥੈਂਟਿਕ ਮੰਨੀਏ? ਨਹੀਂ, ਉੱਥੇ ਤਾਂ ਵੇਖੋ ਜਿਹੜੇ ਅਧਿਆਪਕ ਨਾਲ ਉਹ ਤਾਂ ਪੱਟੀ ਲਿਖੀ ਵਾਲੀ ਗੱਲ ਆ। ਅੱਛਾ ਜੀ। ਜਿਹੜਾ ਮੂਲ ਮੰਤਰ ਹੈ ਜਪਜੀ ਸਾਹਿਬ, ਕਈ ਮਤਲਬ ਜਨਮ ਸਾਖੀਆਂ 'ਚ ਲਿਖਿਆ ਵੀ ਜਾਪ ਸੰਪੂਰਨ ਕੀਤਾ, ਪਰ ਜਿਹੜੇ ਵਿਦਵਾਨ ਨੇ ਉਹ ਇਹ ਮੰਨਦੇ ਨੇ ਵੀ ਗੁਰੂ ਪਰਮਾਤਮਾ ਦੀ ਹਜ਼ੂਰੀ ਵਿੱਚ ਉਹਨਾਂ ਨੇ ਏਕ ਓਂਕਾਰ ਤਾਂ ਜ਼ਰੂਰ ਉਚਾਰਿਆ, ਪਰ ਜਿਹੜਾ ਜਪਜੀ ਸਾਹਿਬ ਹੈ ਇਹ ਉਹਨਾਂ ਦੀ ਪ੍ਰੋੜ ਅਵਸਥਾ ਦੀ ਕਰਤਾਰਪੁਰ ਵਿਖੇ ਲਿਖੀ ਗਈ ਹੋਈ ਬਾਣੀ ਹੈ। ਇਹ ਮੰਨਣ ਵਿੱਚ ਵੀ ਆਉਂਦਾ ਕਿਉਂਕਿ ਰਾਗ ਮੁਕਤ ਬਾਣੀਆਂ ਜਿਹੜੀਆਂ ਨੇ, ਜਦੋਂ ਭਾਈ ਮਰਦਾਨਾ ਚਲਾ ਗਿਆ ਉਦੋਂ ਫਿਰ ਗੁਰੂ ਜੀ ਨੇ ਉਦਾਸੀਆਂ ਦਾ ਅੰਤ ਕਰਤਾ ਤੇ ਕਰਤਾਰਪੁਰ ਵਿਖੇ ਠਹਿਰ ਗਏ। ਸੋ ਉੱਥੇ ਲਿਖਿਆ ਲੱਗਦਾ ਮੂਲ ਮੰਤਰ ਹੋ ਸਕਦਾ ਕਿ ਉਸ ਵੇਲੇ ਲਿਖਿਆ ਗਿਆ, ਪਰ ਜਪਜੀ ਸਾਹਿਬ ਜਿਹੜਾ ਹੈ ਸੰਪੂਰਨ ਉਹਦੀ ਰਚਨਾ ਇੱਥੇ ਹੋਈ ਹੈ, ਉਹ ਰਚਨਾ ਕਰਤਾਰਪੁਰ ਸਾਹਿਬ ਵਿਖੇ ਹੋਈ ਹੈ। ਇਹ ਸੁਲਤਾਨਪੁਰ ਲੋਧੀ ਵਿਖੇ ਨਾ, ਸੁਲਤਾਨਪੁਰ ਲੋਧੀ ਵਿਖੇ ਮੂਲ ਮੰਤਰ। ਅੱਛਾ ਜੀ, ਮੂਲ ਮੰਤਰ ਜ਼ਰੂਰ ਉੱਥੇ ਉਚਾਰਿਆ ਗਿਆ। ਠੀਕ ਹੈ ਜੀ। ਇੱਕ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ ਪ੍ਰੋਗਰਾਮ ਦੇ ਆਖਰੀ ਹਿੱਸੇ ਵਿੱਚ ਕਿਤਾਬ ਬਾਰੇ ਗੱਲਬਾਤ ਤੇ ਕੱਤਕ ਕੇ ਵਿਸਾਖ ਜਾਂ ਦੋਵੇਂ। ਇਸ ਗੱਲਬਾਤ ਦਾ ਅਸੀਂ ਅਖੀਰ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਕੁਝ ਨਾ ਕੁਝ ਜ਼ਰੂਰ ਦੱਸ ਕੇ ਜਾਵਾਂਗੇ। ਪ੍ਰੋਗਰਾਮ ਵਿਚਾਰ ਚਰਚਾ ਵਿੱਚ ਸਵਾਗਤ। ਡਾਕਟਰ ਸਾਹਿਬ, ਪ੍ਰੋਗਰਾਮ ਦਾ ਅਖੀਰਲਾ ਹਿੱਸਾ ਹੈ, 10 ਮਿੰਟਾਂ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਜੀ। ਕੈਲੰਡਰ ਦੀ ਗੱਲਬਾਤ ਹੁਣ ਕਰੀਏ ਜੀ ਅਸੀਂ। ਜਾਰਜੀਅਨ ਕੈਲੰਡਰ ਹੈ ਜਿਸ ਨੂੰ ਦੁਨੀਆ ਦੇ ਵਿੱਚ ਬਹੁਤੀ ਮਾਨਤਾ ਹੈ, ਜਾਂ ਕਹ ਲਓ ਕਿ ਜ਼ੋਰ ਉਹਨਾਂ ਦੇ, ਜਾਂ ਦੁਨੀਆ ਬਹੁਤੀ ਉਸੇ ਹਿਸਾਬ ਨਾਲ ਚੱਲਦੀ ਹੈ। ਸਾਡੀ ਨਵੀਂ ਜਨਰੇਸ਼ਨ ਵੀ ਉਹਨਾਂ ਤਰੀਕਾਂ ਨੂੰ ਯਾਦ ਰੱਖਦੀ ਹੈ। ਜੀ। ਜਿਹੜਾ ਸਾਡੇ ਦੂਸਰੇ ਕੈਲੰਡਰ ਨੇ, ਬਿਕਰਮੀ ਹੈ ਜਾਂ ਹੋਰ ਹੈ, ਇਹਨਾਂ ਦੀ ਉਨੀ ਜ਼ਿਆਦਾ ਮਾਨਤਾ ਨਹੀਂ। ਹਾਲਾਂਕਿ ਦੇਸ਼ਾਂ ਦੇ ਵਿੱਚ ਚੀਨ ਵਾਲੇ ਵੀ ਆਪਣਾ ਵਰ੍ਹਾ ਮਨਾਉਂਦੇ ਨੇ, ਜਾਪਾਨ ਵਾਲੇ ਵੀ ਮਨਾਉਂਦੇ ਨੇ, ਅਸੀਂ ਵੀ ਮਨਾਉਂਦੇ ਹਾਂ ਕਿਸੇ ਤਰੀਕੇ, ਜਾਂ ਮਨਾਉਂਦੇ ਜਾਂ ਨਹੀਂ, ਜਾਂ ਮਾੜਾ ਮੋਟਾ ਜਿਹੜੇ ਬੰਦੇ ਜਾਣਦੇ ਨੇ ਉਹ ਯਾਦ ਰੱਖਦੇ ਨੇ। ਜੀ। ਔਰ ਇਸ ਵਿੱਚ ਐਡੀਸ਼ਨ ਨਵਾਂ ਹੋਇਆ ਕੁਝ ਸਾਲ ਪਹਿਲਾਂ, ਜਦੋਂ ਸਾਡੇ ਮਾਹਿਰ ਵਿਦਵਾਨ ਡਾਕਟਰ ਪਾਲ ਸਿੰਘ ਪੁਰੇਵਾਲ, ਸਰਦਾਰ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਇੱਕ ਕੈਲੰਡਰ ਜਿਹੜਾ ਸੀ ਉਹ ਸਿੱਖ ਕੌਮ ਨੂੰ ਸਮਰਪਿਤ ਕੀਤਾ। ਜੀ। ਔਰ ਉਹਨਾਂ ਨੇ ਮਿਹਨਤ ਬਹੁਤ ਜ਼ਿਆਦਾ ਕੀਤੀ ਇਸ ਮੁੱਦੇ ਤੇ। ਖੋਜ ਤੋਂ ਬਾਅਦ ਉਹਨਾਂ ਨੇ ਕੌਮ ਨੂੰ ਸਮਰਪਿਤ ਕੀਤਾ ਸੀ। ਸ਼੍ਰੋਮਣੀ ਕਮੇਟੀ ਨੇ ਲਾਗੂ ਕਰਨ ਦੀ ਗੱਲ ਵੀ ਕੀਤੀ ਤੇ ਨਾਲ ਹੀ ਵਾਦ ਵਿਵਾਦ ਵੀ ਸ਼ੁਰੂ ਹੋ ਗਿਆ। ਤੇ ਹੁਣ ਤੁਸੀਂ ਦੱਸੋ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਕਿੱਥੇ ਲਿਆ ਕੇ ਜੋੜਦੇ ਹੋ? ਪੁਰਾਣੇ ਜੋ ਹਵਾਲੇ ਦਿੱਤੇ ਨੇ ਤੁਸੀਂ ਤੇ ਪਾਲ ਸਿੰਘ ਪੁਰੇਵਾਲ ਜੀ ਦਾ ਜੋ ਵਿਸ਼ਲੇਸ਼ਣ ਹੈ ਨਾਨਕਸ਼ਾਹੀ ਕੈਲੰਡਰ ਦਾ, ਉਹਨੂੰ ਕਿਵੇਂ ਆਪਸ ਵਿੱਚ ਕੰਪੇਅਰ ਕਰਦੇ ਹੋ? ਉਹਦੇ 'ਚ ਇਸ ਤਰ੍ਹਾਂ ਜੀ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ, ਪਰ ਅਸੀਂ ਹੁਣ ਬਣ ਗਏ ਹਾਂ ਗਲੋਬਲ ਨੇਸ਼ਨ, ਗਲੋਬਲ ਸਿਟੀਜ਼ਨਸ ਜੀ, ਵਰਲਡ ਸਿਟੀਜ਼ਨ, ਸਿੱਖ ਲੋਕ ਜਿਹੜੇ ਆ। ਅਤੇ ਉਹਨਾਂ ਦੀ ਜਿਹੜੀ ਮਨ ਦੀ ਖਾਹਿਸ਼ ਸੀ ਕਿ ਇੱਕ ਪੱਕੀ ਤਰੀਕ ਹੋ ਜਾਵੇ ਤੇ ਹਮੇਸ਼ਾ ਹੀ ਸਾਨੂੰ ਪਤਾ ਹੋਵੇ ਪਿਆ ਇਸ ਤਰੀਕ ਨੂੰ ਗੁਰਪੁਰਬ ਹੈ ਤੇ ਉਸ ਤਰੀਕ ਨੂੰ ਗੁਰਪੁਰਬ ਮਨਾਇਆ ਜਾਵੇ। ਸੋ ਜਾਰਜੀਅਨ ਦੇ ਹਿਸਾਬ ਨਾਲ ਸੋਚਿਆ, ਜਾਰਜੀਅਨ ਦੇ ਹਿਸਾਬ ਨਾਲ ਸੋਚਿਆ ਜੀ। ਹੁਣ ਜਿਹੜੀ ਬਿਕਰਮੀ ਸੰਮਤ ਹੈ ਜਾਂ ਜਿਹੜਾ ਚੰਦਰਮਾ ਦੀ ਚਾਲ ਤੇ ਆਧਾਰਿਤ ਸਾਡਾ ਕੈਲੰਡਰ ਹੈ ਜੀ, ਤੇ ਗਲੋਬਲ ਲੈਵਲ ਤੇ ਜਿਹੜਾ ਹੈ ਉਹ ਜਿਹੜੀ ਸੂਰਜੀ ਚਾਲ ਜਿਹੜੀ ਹੈ ਉਹਦੇ ਨਾਲ ਸੰਬੰਧਿਤ ਆ ਜੀ। ਸੋ ਅੱਜ ਵੀ ਜਿਵੇਂ ਉਹਨਾਂ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਤਾਂ ਖੈਰ ਮੰਨਦੇ ਨੇ ਵੀ ਜਿਹੜਾ ਜਨਮ ਦਿਹਾੜਾ ਉਹ ਤਾਂ ਵਿਸਾਖ ਸੁਦੀ 3 ਵਾਲਾ ਹੀ ਹੈ। ਅੱਛਾ ਜੀ। ਅਤੇ ਕੱਤਕ ਪੂਰਨਮਾਸ਼ੀ, ਫਿਰ ਉਹ ਮੈਨੂੰ ਵੀ ਇਹ ਸਵਾਲ ਕਰ ਰਹੇ ਸੀ ਇਸ ਕਿਤਾਬ ਬਾਰੇ ਵੀ ਤੂੰ ਭਾਈ ਦੋਵੇਂ ਕਿਵੇਂ ਕਹਿੰਦਾ। ਮੈਂ ਕਿਹਾ ਜੀ ਵੀ ਜਿਹੜਾ ਉੱਥੇ ਸਭ ਤੋਂ ਮਹੱਤਵਪੂਰਨ ਦਿਹਾੜਾ ਅਸੀਂ ਮਿਥਨੇ ਹਾਂ ਗੁਰੂ ਨਾਨਕ ਦੇਵ ਜੀ ਦੇ ਜੀਵਨ ਵਿੱਚ, ਉਹ ਕੱਤਕ ਪੂਰਨਮਾਸ਼ੀ ਨੂੰ ਵਾਪਰਿਆ। ਇਹ ਮਤਲਬ ਮੇਰੀ ਲੱਭਤ ਆ। ਅੱਛਾ ਜੀ। ਉਹ ਕਹਿੰਦੇ ਵੀ ਭਾਈ ਸਾਹਿਬ ਸਿੰਘ ਨੇ ਤੇ ਭਾਦਰੋਂ ਪੂਰਨਮਾਸ਼ੀ ਲਿਖਿਆ, ਭਾਈ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ ਭਾਦਰੋਂ ਪੂਰਨਮਾਸ਼ੀ ਲਿਖਿਆ, ਡਾਕਟਰ ਕਿਰਪਾਲ ਸਿੰਘ ਨੇ ਵੀ ਭਾਦਰੋਂ ਪੂਰਨਮਾਸ਼ੀ ਲਿਖਿਆ।
ਮੈਂ ਕਿਹਾ ਫਿਰ ਭਾਈ ਮਿਹਰਬਾਨ ਨੇ ਇਹ ਲਿਖਿਆ ਵੀ ਉਸ ਵੇਲੇ ਉਹਨਾਂ ਦੀ ਉਮਰ ਜਿਹੜੀ ਹੈ ਇਹ 2007 ਦਾ ਵਾਕਿਆ ਤੇ ਸਾਡੇ 38 ਸਾਲ ਬਣਦੀ ਹੈ। ਤੇ ਪੂਰੇਵਾਲ ਸਾਹਿਬ ਤੁਸੀਂ ਮੈਨੂੰ ਦੱਸ ਦਿਓ ਵੀ ਭਾਦਰੋਂ ਵਿੱਚ 60 ਬਣ ਜਾਂਦੀ। ਜੇ ਵਿਸਾਖ ਤੋਂ ਸ਼ੁਰੂ ਕਰੀਏ, ਜੇਠ, ਹਾੜ, ਸੌਣ ਤੇ ਭਾਦਰੋਂ ਜੀ, ਉਹ ਤਾਂ 4 ਮਹੀਨੇ ਹੀ ਬਣਦੇ ਨੇ। ਬਿਲਕੁਲ। ਸਾਡੇ 38 ਤੇ ਬਣੇ ਹੀ ਨਾ। ਤੇ ਫਿਰ ਭਾਦਰੋਂ ਤੋਂ ਬਾਅਦ ਅੱਸੋਂ ਤੇ ਕੱਤੇ 6.5 ਮਹੀਨੇ ਕੱਤਕ ਪੂਰਨਮਾਸ਼ੀ ਨੂੰ। ਔਰ ਭਾਈ ਮਿਹਰਬਾਨ ਲਿਖਦਾ ਵੀ ਉਸ ਵੇਲੇ ਉਹਨਾਂ ਦੀ ਉਮਰ 38 ਸਾਲ 6.5 ਮਹੀਨੇ ਸੀ ਜਦੋਂ ਮੂਲ ਮੰਤਰ ਦਾ ਉਚਾਰਨ ਉਹਨਾਂ ਨੇ ਕੀਤਾ। ਜਦੋਂ ਮੂਲ ਮੰਤਰ ਦਾ ਉਚਾਰਨ ਕੀਤਾ। ਸੋ ਉਹ ਤਾਰੀਖ ਕੱਤਕ ਦੀ ਪੂਰਨਮਾਸ਼ੀ ਹੈ। ਉਹ ਕੱਤਕ ਦੀ ਪੂਰਨਮਾਸ਼ੀ ਹੈ। ਠੀਕ ਹੈ ਜੀ, ਤੁਹਾਡੀ ਖੋਜ ਕਹਿੰਦੀ ਆ ਜੀ, ਕਹਿੰਦੀ ਹੈ। ਸੋ ਫਿਰ ਤੇ ਜਨਮ ਭਾਈ ਤਿਥੀ ਬਾਲੇ ਵਾਲੀ ਜਿਹੜੀ ਜਨਮ ਸਾਖੀ ਆ ਜੀ, ਉਹ ਕਹਿੰਦੀ ਹੈ ਵੀ ਕੱਤਕ ਪੂਰਨਮਾਸ਼ੀ ਨੂੰ ਗੁਰੂ ਜੀ ਦਾ ਜਨਮ ਦਿਹਾੜਾ ਸੀ। ਤੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਜੇ ਧਿਆਨ ਨਾਲ ਪੜ੍ਹੀਏ ਤੇ ਕੈਲਕੂਲੇਟ ਕਰੀਏ ਤੇ ਜਿਵੇਂ ਦੱਸਦੇ ਨੇ ਵੀ 32 ਸਾਲ ਦੀ ਉਮਰ ਸੀ, ਫਿਰ 4.5 ਸਾਲ ਦਾ ਸ਼੍ਰੀ ਚੰਦ ਹੋ ਗਿਆ ਸੀ। ਲਖਮੀ ਦਾਸ ਨੇ ਜੇ ਜਨਮ ਲੈਣਾ ਸੀ, ਉਸ ਵੇਲੇ ਇੱਕ ਮਹਾਂਪੁਰਸ਼ ਸੁਲਤਾਨਪੁਰ ਲੋਧੀ ਆਇਆ। ਉਹਨੇ ਉਹਨਾਂ ਨੂੰ ਕਿਹਾ ਕਿ ਭਾਈ ਤੇਰਾ ਇੰਨਾ ਰੰਗ ਪੀਲਾ ਕਿਉਂ ਹੈ? ਉਹਨਾਂ ਨੇ ਕਿਹਾ ਵੀ ਮੇਰੇ ਕੋਲੋਂ ਨਾਮਦਾਨ ਇਸ਼ਨਾਨ ਵਾਲੇ ਕੰਮਾਂ ਕਾਰਜਾਂ ਦੇ ਵਿੱਚ ਰੋਟੀ ਪਾਣੀ ਦਾ ਕਿਸੇ ਵੇਲੇ ਟਾਈਮ ਹੀ ਨਹੀਂ ਮਿਲਦਾ। ਉਹਨਾਂ ਨੇ ਕਿਹਾ ਵੀ ਤੂੰ ਚਣੇ ਚੱਬਿਆ ਕਰ, ਇਸ ਤਰ੍ਹਾਂ ਕਰਿਆ ਕਰ, ਉਸ ਤਰ੍ਹਾਂ ਕਰਿਆ ਕਰ। ਸਾਖੀ ਵਿੱਚ ਦਰਜ ਹੈ। ਹਾਂਜੀ। ਤੇ ਉਸ ਤੋਂ 6 ਮਹੀਨੇ ਬਾਅਦ ਫਿਰ ਵਹੀਂ ਪ੍ਰਵੇਸ਼ ਵਾਲਾ ਵਾਕਿਆ ਜਿਹੜਾ ਹੁੰਦਾ, ਉਸ ਹਿਸਾਬ ਨਾਲ ਜਦੋਂ ਕੈਲਕੂਲੇਟ ਕਰਨੇ ਆ ਤੇ ਇਹ ਉਮਰ ਬਣਦੀ ਹੈ 37 ਸਾਲ। ਤੇ ਜੇ ਭਾਈ ਬਾਲਾ ਕਹਿੰਦਾ ਵੀ ਉਹਨਾਂ ਦਾ ਜਨਮ ਕੱਤਕ ਪੂਰਨਮਾਸ਼ੀ ਦਾ, ਤੇ ਪੂਰੇ 37 ਸਾਲ ਵੀ ਤਾਂ ਫਿਰ ਕੱਤਕ ਪੂਰਨਮਾਸ਼ੀ ਨੂੰ ਹੀ ਹੋਣਗੇ ਨਾ। ਠੀਕ। ਸੋ ਗੱਲ ਇਹ ਸਾਬਤ ਹੋ ਗਈ ਵੀ ਜਿਹੜਾ ਵਹੀਂ ਪ੍ਰਵੇਸ਼, ਵਹੀਂ ਕੌਤਕ, ਗੁਰੂ ਪਰਮੇਸ਼ਰ ਨਾਲ ਵਾਰਤਾਲਾਪ ਜੋ ਕੁਝ ਵੀ ਹੈ, ਇਹ ਕੱਤਕ ਪੂਰਨਮਾਸ਼ੀ ਦੀ ਰਾਤ ਤੋਂ ਬਾਅਦ ਸਵੇਰੇ ਸਰਗੀ ਵੇਲੇ, ਜਿਸ ਵੇਲੇ ਉਹ ਰੋਜ਼ ਹੀ ਉੱਥੇ ਜਾਂਦੇ ਸਨ ਘਾਟ 'ਤੇ, ਉਸ ਵੇਲੇ ਉਹਨਾਂ ਦੀ ਸਮਾਧੀ ਖੁੱਲ੍ਹੀ ਹੈ। ਕਿੱਥੇ ਬੈਠੇ ਸਨ ਇਹ ਤੇ ਉਹ ਹੀ ਜਾਣਨ। ਤੇ ਸਧਾਰਨ ਬੰਦਾ ਸਧਾਰਨ ਭਾਸ਼ਾ ਵਿੱਚ ਉਹਨਾਂ ਨੂੰ ਕੀ ਅਨੁਭਵ ਹੋਇਆ ਪਰਮਾਤਮਾ ਦਾ, ਉਹ ਅਸੀਂ ਬਿਆਨ ਵੀ ਨਹੀਂ ਕਰ ਸਕਦੇ। ਪੂਰਨਮਾਸ਼ੀ ਦੀ ਰਾਤ ਦੀ ਗੱਲ ਲੱਗਦੀ ਵੀ ਜ਼ਿਆਦਾ ਹੈ ਕਿ ਚਾਨਣ ਹੁੰਦਾ ਹੈ, ਤੇ ਚਾਨਣ ਦੇ ਵਿੱਚ ਉਹ ਲੋਕ ਆਮ ਤੌਰ 'ਤੇ ਇਸ ਨੂੰ ਵਧੀਆ ਮੰਨਦੇ ਸਨ। ਚਾਨਣ ਵਾਲੀ ਰਾਤ ਹੁੰਦੀ ਹੈ, ਵਧੀਆ ਵੀ ਮੰਨਦੇ ਸਨ। ਮੈਂ ਇਹ ਵੀ ਸਮਝਣਾ ਵੀ ਕੱਤਕ ਪੂਰਨਮਾਸ਼ੀ ਜਿਵੇਂ ਗੁਰੂ ਜੀ ਨੇ ਜਾ ਕੇ ਹਰਿਦੁਆਰ ਸਮਝਾਇਆ, ਇੱਦਾਂ ਹੀ ਕੱਤਕ ਪੂਰਨਮਾਸ਼ੀ ਨੂੰ ਸੁਲਤਾਨਪੁਰ ਤੇ ਮੇਲਾ ਪਹਿਲਾਂ ਹੀ ਲੱਗਦਾ ਸੀ। ਉਸ ਵੇਲੇ ਲੋਕ ਆਏ ਹੋਣਗੇ, ਉਹ ਉੱਥੇ ਦੀਵੇ 'ਚ ਅੱਜ ਵੀ ਦੀਵੇ 'ਚ ਚੜ੍ਹਾਉਂਦੇ ਨੇ ਤੇ ਉੱਤੇ ਰੱਖ ਕੇ ਪੱਤਿਆਂ ਦੇ ਉੱਤੇ ਤੇ ਦੀਵੇ ਐਂ ਕਰਕੇ ਅਗਾਂਹ ਰੇੜ ਦਿੰਦੇ ਨੇ। ਹਿੰਦੂ ਪਰਿਵਾਰ ਦੀਆਂ ਕੁਝ ਔਰਤਾਂ ਨਾਲ ਮੈਂ ਇੰਟਰਵਿਊ ਕੀਤੀ ਹੈ ਤੇ ਉਹ ਇਹ ਸਮਝਿਆ ਜਾਂਦਾ ਵੀ ਅਸੀਂ ਜਲ ਪੂਜਾ ਕਰ ਰਹੇ ਹਾਂ। ਅੱਛਾ ਜੀ। ਤੇ ਉਸ ਵੇਲੇ ਵੀ ਹੁੰਦੀ ਹੋਏਗੀ। ਗੁਰੂ ਜੀ ਤੋਂ ਪਹਿਲਾਂ ਵੀ ਕੱਤਕ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਸੀ, ਡੈਫੀਨੇਟਲੀ ਹਿੰਦੂ ਧਰਮ ਵਿੱਚ ਮਨਾਇਆ ਜਾਂਦਾ ਸੀ। ਉਸ ਵੇਲੇ ਉੱਥੇ ਲੋਕ ਆਉਂਦੇ ਹੋਣਗੇ, ਇਸ਼ਨਾਨ ਕਰਦੇ ਹੋਣਗੇ, ਗੁਰੂ ਜੀ ਵੀ ਸੋਚਦੇ ਹੋਣਗੇ, ਉਹਨਾਂ ਨੂੰ ਸਮਝਾਉਂਦੇ ਵੀ ਹੋਣਗੇ ਵੀ ਇਹ ਸਾਰਾ ਕੁਝ ਕੀ ਕਰ ਰਹੇ ਹੋ ਤੁਸੀਂ ਜੀ। ਤੇ ਉਸੇ ਚਿੰਤਨ ਵਿੱਚ ਪਾਸੇ ਹੋ ਕੇ, ਜਿਵੇਂ ਆਮ ਸਮਾਧੀ ਉਹਨਾਂ ਦੀ ਸੀ, ਤੇ ਉਹਨਾਂ ਨੇ ਉਸ ਵੇਲੇ ਪਾਸੇ ਹੋ ਕੇ ਸਮਾਧ ਲੱਗ ਗਈ, ਚਿੰਤਨ ਹੋ ਗਿਆ। ਚਿੰਤਨ ਮੰਥਨ ਕਰਦਿਆਂ ਕਰਦਿਆਂ ਗੂੜੀ ਸਮਾਧੀ 'ਚ ਚਲੇ ਗਏ। ਉਸ ਪਰਮਾਤਮਾ ਦੇ ਨਾਲ ਕੋਈ ਡਾਇਲਾਗ ਹੋਇਆ, ਆਪਣੇ ਜਿਹੜੇ ਅੰਦਰਲੇ ਅੰਦੇਸ਼ੇ ਸਨ ਉਹ ਦੂਰ ਕਰਨ ਵਾਸਤੇ, ਤੇ ਉਹ ਤੇ ਸਥਾਪਿਤ ਹੋ ਗਈ ਫਿਰ ਜਨਮ ਸਾਖੀਆਂ ਦੇ ਵਿੱਚ ਕਿ ਕੱਤਕ ਪੂਰਨਮਾਸ਼ੀ ਸੀ। ਸੋ ਮਕਾਲਫ ਨੇ ਵੀ ਜੋ ਲਿਖਿਆ ਹੈ ਕਿਸੇ ਦੇ ਹਵਾਲੇ ਨਾਲ ਕਿ ਜੇ ਵਿਸਾਖ ਰਹੀ ਤਾਂ ਫਿਰ ਕੱਤਕ ਦੀ ਪੂਰਨਮਾਸ਼ੀ ਹੀ ਕਿਉਂ ਚੁਣੀ ਗਈ, ਉਹ ਇਸ ਕਰਕੇ ਚੁਣੀ ਗਈ, ਇਹ ਤੁਸੀਂ ਸਮਝਦੇ ਹੋ? ਮੈਂ ਇਹ ਸਮਝਣਾ ਕਿ ਫਿਰ ਦੋ ਗੱਲਾਂ ਹੋਈਆਂ ਜੀ। ਜਦੋਂ 3 ਦਿਨ ਬਾਅਦ ਗੁਰੂ ਜੀ ਪ੍ਰਗਟ ਹੋਏ, ਸਾਰੇ ਹੀ ਸਿੱਖ ਆਲੇ ਦੁਆਲੇ ਵਿੱਚ ਸੁਲਤਾਨਪੁਰ ਲੋਧੀ ਵਿੱਚ, ਵੇਖੋ ਉਦੋਂ ਇਹ ਤਾਂ ਹੈ ਨਹੀਂ ਸੀ ਵੀ 1 ਮਿੰਟ ਵਿੱਚ ਤਲਵੰਡੀ ਪਤਾ ਲੱਗ ਗਿਆ ਜਾਂ ਕਰਤਾਰਪੁਰ ਉਹਨਾਂ ਦੇ ਸਹੁਰਿਆਂ ਨੂੰ ਪਤਾ ਲੱਗ ਗਿਆ। ਕਰਤਾਰਪੁਰ ਉਹਨਾਂ ਦੇ ਸਹੁਰੇ ਸਨ, ਉੱਥੇ ਜਾ ਕੇ ਉਹਨਾਂ ਨੇ ਜਦੋਂ ਐਸਟੈਬਲਿਸ਼ ਕੀਤਾ। ਤੇ ਸੁਲਤਾਨਪੁਰ ਲੋਧੀ ਦੀ ਧਰਤੀ ਵਿੱਚ ਜਨਮ ਦਿਹਾੜੇ ਨਾਲੋਂ ਉਹਨਾਂ ਦਾ ਮੁੜ ਪ੍ਰਗਟ ਹੋਣਾ ਜਿਹੜਾ ਉਹ ਵੱਧ ਮਹੱਤਵਪੂਰਨ ਆ, ਕਿਤੇ ਵੱਧ ਮਹੱਤਵਪੂਰਨ ਆ ਜੀ। ਤੇ ਸੰਗਤਾਂ ਨੇ ਉਸ ਦਿਹਾੜੇ ਨੂੰ ਫਿਰ ਮਹਾਨਤਾ ਦੇਣੀ ਸ਼ੁਰੂ ਕਰਤੀ। ਕੱਤਕ ਪੂਰਨਮਾਸ਼ੀ ਪਹਿਲਾਂ ਹੀ ਮਨਾਇਆ ਜਾਂਦਾ ਸੀ, ਪਰ ਸਿੱਖ ਸੰਗਤਾਂ ਨੇ ਕਿ ਅੱਜ ਦੇ ਦਿਨ ਸਾਡੇ ਗੁਰੂ ਜੀ ਅਲੋਪ ਹੋ ਗਏ ਸਨ, ਖਤਮ ਹੋ ਗਏ ਸਨ, ਪਰਮਾਤਮਾ ਨੂੰ ਮਿਲ ਕੇ ਪੁਨਰ ਜਨਮ ਲੈ ਕੇ ਫਿਰ ਪ੍ਰਗਟ ਹੋਏ ਸਨ। ਸੋ ਜੇ ਕੱਤਕ ਪੂਰਨਮਾਸ਼ੀ ਨੂੰ ਵਿਸਾਖ ਸੁਦੀ 3 ਤੋਂ ਮਨਾਇਆ ਜਾਣਾ ਸ਼ੁਰੂ ਹੋ ਗਿਆ, ਤੇ ਇਹ ਨਹੀਂ ਵੀ ਹਰਿਮੰਦਰ ਸਾਹਿਬ ਜੋ ਕਹਿੰਦੇ ਪ੍ਰੋਫੈਸਰ ਗੁਰਮੁਖ ਸਿੰਘ ਜਾਂ ਮਕਾਲਫ, ਉਹ ਅਚਾਨਕ ਹੋ ਗਿਆ। ਉਹਦੇ ਪਿੱਛੇ ਕੋਈ ਨਾ ਕੋਈ ਇਹ ਹਿਸਟਰੀ ਹੋਏਗੀ। ਤੇ ਜਿਹੜੇ ਸੁਣਦੇ ਆਏ ਸਨ, ਮਤਲਬ ਜਦੋਂ ਇਹ ਲਿਖੀਆਂ ਗਈਆਂ ਆਪਣੀਆਂ ਜਨਮ ਸਾਖੀਆਂ, ਉਹ ਤੇ ਸਾਰੀਆਂ ਜਨਮ ਸਾਖੀਆਂ ਗੁਰੂ ਹਰਗੋਬਿੰਦ ਸਾਹਿਬ ਦੇ, ਗੁਰੂ ਅਰਜਨ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਸੰਪਾਦਨਾ ਕਰਨ ਤੋਂ ਬਾਅਦ ਵਿੱਚ ਲਿਖੀਆਂ ਗਈਆਂ ਨੇ। ਉਦੋਂ ਤੱਕ ਜ਼ਬਾਨੀ ਕਲਾਮੀ ਸੀ ਨਾ ਵੀ ਕੀ ਜਨਮ ਤਰੀਕ ਹੋਏਗੀ ਜਾਂ ਕਿਹੜਾ ਦਿਹਾੜਾ ਸੀ। ਕਿਸੇ ਨੇ ਕਿਹਾ ਵੀ ਉਹ ਤਾਂ ਪ੍ਰਗਟ ਕੱਤਕ ਪੂਰਨਮਾਸ਼ੀ ਨੂੰ ਹੋਏ ਸੀ,
ਜਿਹੜਾ ਸੁਲਤਾਨਪੁਰ ਸਾਈਡ ਵੱਲ ਦਾ ਹੋਏਗਾ, ਜਿਹੜਾ ਤਲਵੰਡੀ ਸਾਈਡ ਦਾ ਹੋਏਗਾ, ਉਹ ਕਹੇਗਾ ਵੀ ਨਹੀਂ ਇਹੀ ਤੇ ਸੁਣਿਆ ਵੀ ਉਹ ਵਿਸਾਖ ਵਿੱਚ ਹੋਏ ਸਨ, ਵਿਸਾਖੀ ਮਨਾਈ ਜਾਂਦੀ ਹੈ। ਜੀ 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 ਭਾਈ ਗੁਰਦਾਸ ਜੀ ਵੀ ਲਿਖਦੇ ਨੇ ਵੀ ਘਰ ਘਰ ਅੰਦਰ ਧਰਮਸਾਲ ਤੇ ਹੋਵੇ ਕੀਰਤਨ ਸਦਾ ਵਸੋਆ। ਜੀ ਪਰ ਭਾਈ ਗੁਰਦਾਸ ਜੀ ਕਾਰਤਕ ਮਾਸ ਰੁੱਤ ਪੂਰਨਮਾਸ਼ੀ ਦੀ ਵੀ ਗੱਲ ਆਪਣੇ ਕਵਿਤਾਂ ਵਿੱਚ ਕਰਦੇ ਨੇ, ਤੇ ਉਹ ਜੇ ਕਵਿਤ ਤੁਸੀਂ ਪੜ੍ਹੋ 344 ਤੋਂ ਲੈ ਕੇ 348 ਤੱਕ, ਉਹਦੇ ਵਿੱਚ ਵੀ ਇਹ ਸਪਸ਼ਟ ਹੋ ਜਾਂਦਾ ਕਿ ਇਹ ਆਤਮਾ ਤੇ ਪਰਮਾਤਮਾ ਦੇ ਮੇਲ ਦੀ ਗੱਲ ਕਰ ਰਹੇ ਨੇ ਕੱਤਕ ਪੂਰਨਮਾਸ਼ੀ ਦੇ ਸੰਦਰਭ ਵਿੱਚ। ਹੁਣ ਗੱਲ ਆਈ ਹੈ ਪੂਰੇਵਾਲ ਹੋਰਾਂ ਤੇ। ਸੋ ਉਹ ਜਿਹੜਾ ਹੈ ਨਾਨਕਸ਼ਾਹੀ ਕੈਲੰਡਰ, ਉਹਦੇ ਮੁਤਾਬਕ ਕੱਤਕ ਪੂਰਨਮਾਸ਼ੀ 20 ਅਕਤੂਬਰ ਨੂੰ ਬਣਦੀ ਹੈ। ਅੱਛਾ ਜੀ। ਤੇ ਜੇ ਜੋ ਕਿ ਪੂਰੇਵਾਲ ਸਾਹਿਬ ਨਾਲ ਤੇ ਵੈਸੇ ਅੱਜ ਸਵੇਰੇ ਨਹੀਂ ਮੇਰੀ ਗੱਲ ਹੋਈ, ਤੇ ਨਾ ਅਸਲ ਵਿੱਚ ਮੈਨੂੰ ਹੁਣ ਵਾਹਵਾ ਦੇਰ ਹੋ ਗਈ ਸੀ, ਉਹਨਾਂ ਨੇ ਜਿਹੜਾ 500 ਸਾਲਾਂ ਦੀ ਜੰਤਰੀ ਲਿਖੀ ਉਹਦੀ ਇੰਟਰੋਡਕਸ਼ਨ ਪੜ੍ਹਿਆ। ਪਰ ਇੱਕ ਗੱਲ ਜਿਹੜੀ ਹੈਗੀ ਹੈ ਉਹ ਸਪਸ਼ਟ ਹੋ ਜਾਂਦੀ ਹੈ ਵੀ ਜੇ ਸੰਗਤ ਕੱਤਕ ਪੂਰਨਮਾਸ਼ੀ ਨੂੰ ਮਨਾਉਂਦੀ, ਤੇ ਉਸ ਵੇਲੇ ਹਰਜਿੰਦਰ ਸਿੰਘ ਦਲਗੀਰ ਆਪਣੇ ਨਾਨਕਸ਼ਾਹੀ ਕੈਲੰਡਰ ਦੇ ਇੱਕ ਆਰਟੀਕਲ 'ਚ ਲਿਖਦੇ ਨੇ ਵੀ ਮੈਨੂੰ ਪੂਰੇਵਾਲ ਹੋਰਾਂ ਨੇ ਦੱਸਿਆ ਸੀ ਵੀ ਕੱਤਕ ਪੂਰਨਮਾਸ਼ੀ ਮੇਰੇ ਕੈਲੰਡਰ ਦੇ ਮੁਤਾਬਕ 20 ਅਕਤੂਬਰ ਨੂੰ ਬਣਦੀ ਹੈ, ਤੇ ਫਿਰ ਹਰ ਸਾਲ 20 ਅਕਤੂਬਰ ਨੂੰ ਮਨਾਇਆ ਜਾਇਆ ਕਰੇਗਾ ਗੁਰਪੁਰਬ ਜੀ। ਲੇਕਿਨ ਜਦੋਂ ਵਿਧਾਂਤੀ ਸਾਹਿਬ ਨੇ 2003 ਵਿੱਚ ਇਹਨੂੰ ਲਾਗੂ ਕੀਤਾ, ਉਦੋਂ ਪੂਰੇਵਾਲ ਸਾਹਿਬ ਨੂੰ ਇਹ ਕਹਿ ਦਿੱਤਾ ਵੀ ਅਜੇ ਕੁਝ ਸਮੇਂ ਵਾਸਤੇ, ਜਿੰਨੀ ਦੇਰ ਸੰਗਤ ਇਸ ਗੱਲ 'ਤੇ ਸਹਿਮਤ ਨਹੀਂ ਹੁੰਦੀ, 3 ਦਿਹਾੜੇ ਜਿਹੜੇ ਨੇ ਉਹ ਛੱਡ ਲਏ ਜਾਣ। ਇੱਕ ਦੀਵਾਲੀ ਵਾਲਾ, ਇੱਕ ਆਪਣਾ ਹੋਲੇ ਮਹੱਲੇ ਵਾਲਾ, ਤੇ ਇੱਕ ਜਿਹੜਾ ਹੈ ਕੱਤਕ ਪੂਰਨਮਾਸ਼ੀ ਵਾਲਾ। ਹੁਣ ਉਹਦੇ 'ਚ ਸਮੱਸਿਆ ਕੀ ਆਉਂਦੀ ਹੈ? ਉਹਨਾਂ ਨੇ ਇਹ 3 ਦਿਹਾੜੇ ਆਪਣੀ ਕੈਲਕੂਲੇਸ਼ਨ 'ਚੋਂ ਬਾਹਰ ਰੱਖ ਲਏ ਵੀ ਜਿਵੇਂ ਸੰਗਤ ਪਰੰਪਰਾ ਦੇ ਤੌਰ 'ਤੇ ਮਨਾ ਰਹੀ ਹੈ, ਇਸੇ ਤਰ੍ਹਾਂ ਸੰਗਤ ਜਿਹੜੀ ਇਹ ਮਨਾਈ ਜਾਵੇ ਇਹਨੂੰ। ਤੇ ਹੌਲੀ ਹੌਲੀ ਲੋਕਾਂ ਦੇ ਵਿੱਚ ਜਦੋਂ ਇਹ ਪ੍ਰਵਿਰਤੀ ਆਏਗੀ ਵੀ ਇਸ ਅਸਲ ਵਿੱਚ ਆਹ ਦਿਹਾੜੇ ਸਨ, ਤੇ ਸ਼ਾਇਦ ਫਿਰ ਸੰਗਤਾਂ ਵਿੱਚ ਸਹਿਮਤੀ ਆ ਜਾਏਗੀ। ਸੋ ਆਪਾਂ ਹੁਣ ਸਮ ਅਪ ਕਰੀਏ ਜੀ ਗੱਲ ਨੂੰ। ਉਹਦੇ ਵਿੱਚ ਹੁਣ ਪ੍ਰੋਬਲਮ ਜਿਹੜੀ ਮੈਂ ਇੱਕ ਮਿੰਟ 'ਚ ਪ੍ਰੋਬਲਮ ਤੁਹਾਨੂੰ ਦੱਸਣਾ ਕਿ ਉਹਦੇ 'ਚ ਸਹਿਮਤੀ ਕਿਉਂ ਨਹੀਂ ਹੁੰਦੀ ਜੀ। ਸਹਿਮਤੀ ਇਸ ਕਰਕੇ ਨਹੀਂ ਹੁੰਦੀ ਵੀ ਸਾਡਾ ਪੂਰਨਮਾਸ਼ੀ ਦੇ ਨਾਲ ਉਸ ਪਰਮਾਤਮਾ ਵੱਲੋਂ ਬਖਸ਼ਿਆ ਜਿਹੜਾ ਚਾਨਣ ਦਾ ਸਰੋਤ ਆ, ਤੇ ਜਿਹੜਾ ਚਾਨਣਵੰਤ ਕਰ ਦਿੰਦਾ, ਤੇ ਜਿਹੜਾ ਹਨੇਰਿਆਂ ਨੂੰ ਦੂਰ ਕਰ ਦਿੰਦਾ, ਮਿੱਟੀ ਧੁੰਦ ਜਗ ਚਾਨਣ ਹੋਆ, ਉਹਦਾ ਸੰਬੰਧ ਪੂਰਨਮਾਸ਼ੀ ਨਾਲ, ਉਹਦਾ 20 ਅਕਤੂਬਰ ਨਾਲ ਨਹੀਂ ਬਣਦਾ। ਠੀਕ 20 ਅਕਤੂਬਰ ਜਿੱਦਣ ਆਏਗਾ, ਹੋ ਸਕਦਾ ਉਦਣ ਕਿਤੇ ਮੱਸਿਆ ਹੀ ਨਾ ਹੋਵੇ, ਉਦਣ ਕਿਤੇ ਵਿਸਾਖ ਸੁਦੀ 3 ਹੋਵੇ, ਤੇ ਪੂਰਨਮਾਸ਼ੀ ਦਾ ਦਿਹਾੜਾ ਬਣੇ ਹੀ ਨਾ। ਤੇ ਫਿਰ ਉਹ ਜਿਹੜਾ ਪੂਰਨਮਾਸ਼ੀ ਨਾਲ ਸਾਡੇ ਸੰਸਕਾਰ ਜੁੜੇ ਨੇ, ਤੇ ਚੰਦਰਮਾ ਨਾਲ ਜੁੜੇ ਨੇ, ਤੇ ਮਿੱਟੀ ਧੁੰਦ ਜਗ ਚਾਨਣ ਹੋਆ ਨਾਲ ਜੁੜੇ ਨੇ, ਉਹ ਫਿਰ ਪੂਰੇ ਨਹੀਂ ਹੁੰਦੇ। ਇਸ ਕਰਕੇ ਉਹ ਕਲੈਸ਼ ਆਉਂਦਾ। ਹੁਣ ਆਖਰੀ ਸਵਾਲ ਜੀ, ਇਹ ਤਾਂ ਗੱਲ ਤੁਸੀਂ ਨਿਖੇੜਾ ਕੀਤਾ ਹੈ ਕਿ ਜੋ ਇੱਕ ਐਨਲਾਈਟਨਮੈਂਟ ਨਾਲ ਜਾਂ ਮੂਲ ਮੰਤਰ ਦਾ ਉਚਾਰਨ ਹੈ, ਉਹ ਤੇ ਮੰਨਦੇ ਆ ਕਿ ਕੱਤਕ ਦੀ ਪੂਰਨਮਾਸ਼ੀ ਨੂੰ। ਸੋ ਜਨਮ ਉਹਨਾਂ ਦਾ ਵਿਸਾਖ ਵਿੱਚ ਹੀ ਹੈ ਜੀ। ਸੋ ਹੁਣ ਇਹ ਗੱਲ ਦੱਸੋ ਕਿ ਜੇ ਇਸ ਵਾਰੀ ਜੇ ਅਸੀਂ ਇਸ ਸਾਲ ਦੀ ਗੱਲ ਕਰੀਏ ਜੀ, ਤੇ ਮੱਘਰ ਮਹੀਨਾ ਜਿਹੜਾ ਹੈ ਇਹ ਕਿੰਨੀ ਤਰੀਕ ਹੋ ਜਾਵੇਗੀ ਜਦੋਂ ਗੁਰਪੁਰਬ ਮਨਾਇਆ ਜਾਵੇਗਾ, ਤੇ ਕੱਤਕ ਦੀ ਪੂਰਨਮਾਸ਼ੀ ਵਾਲੀ ਕੈਲਕੂਲੇਸ਼ਨ ਫਿਰ ਕਿਉਂ ਖਰਾਬ ਹੋਈ ਜੀ? ਉਹ ਕੈਲਕੂਲੇਸ਼ਨ ਇਸ ਕਰਕੇ ਖਰਾਬ ਹੁੰਦੀ ਵੀ ਜਿਹੜੀ ਚੰਦਰ ਚਾਲ ਆ ਜੀ, ਚੰਦਰਮਾ ਦੀ ਜਿਹੜੀ ਚਾਲ ਹੈ, ਉਹਦੇ ਮੁਤਾਬਕ ਚੰਦਰ ਸਾਲ ਜਿਹੜਾ ਬਣਦਾ ਹੈ, ਚੰਦਰ ਵਰਸ਼ ਬਣਦਾ ਹੈ, ਉਹ 354 ਦਿਨ ਦਾ ਹੁੰਦਾ। ਅੱਛਾ ਜੀ। ਜਿਹੜਾ ਸੂਰਜੀ ਚਾਲ ਨਾਲ ਕੈਲੰਡਰ, ਸੂਰਜੀ ਕੈਲੰਡਰ ਹੈ, ਉਹਦੇ ਤੁਹਾਨੂੰ ਪਤਾ 365 1/4 ਦਿਨ ਫਰਕ ਪੈ ਜਾਂਦਾ। ਸੋ ਇਹ ਫਰਕ ਪੈ ਗਿਆ 11 ਦਿਨ ਦਾ, 354 ਤੋਂ 365 ਵਿੱਚ। ਹੁਣ ਇਹ ਦੂਰ ਕਰਨ ਲਈ ਜਿਹੜੇ ਤੇ ਮੁਸਲਿਮ ਧਰਮ ਵਿੱਚ ਨੇ, ਉਹਨਾਂ ਨੇ ਚੁੱਪ ਕਰਕੇ ਆਪਣੀਆਂ ਜਿਹੜੇ ਹਿਸਾਬ ਨਾਲ ਈਦਾਂ ਆਉਂਦੀਆਂ ਚੰਦਰਮਾ ਦੀਆਂ, ਉਸ ਹਿਸਾਬ ਨਾਲ ਕਰ ਲਈਆਂ। ਲੇਕਿਨ ਸਾਡੇ ਜਿਹੜੇ ਹਿੰਦੂ ਧਰਮ ਦੇ, ਮੈਂ ਤਾਂ ਕਹਾਂਗਾ ਇੰਟੈਲੀਜੈਂਟ ਬੰਦੇ, ਕਿ ਉਹਨਾਂ ਨੇ ਇਹ ਕੋਸ਼ਿਸ਼ ਕੀਤੀ ਹੈ ਕਿ ਚੰਦਰਮਾ ਚਾਲ ਨਾਲ ਜਿਹੜਾ ਚੰਦਰਮਾ ਸਾਲ ਹੈ, ਉਸ ਨੂੰ ਸੂਰਜੀ ਚਾਲ ਨਾਲ ਚੱਲ ਰਿਹਾ ਜਿਹੜਾ ਸੂਰਜੀ ਸਾਲ ਹੈ, ਉਹਦੇ ਨਾਲ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾਏ। ਉਹ ਕਿਵੇਂ? ਉਹ ਇਸ ਤਰ੍ਹਾਂ ਵੀ 3 ਸਾਲ ਬਾਅਦ ਇੱਕ ਮਹੀਨਾ, ਕਿਉਂਕਿ 33 ਦਿਨ ਬਣੇ ਜੀ, ਤਕਰੀਬਨ 33 ਦਿਨ ਦਾ ਹੀ ਫਰਕ ਆ, ਇੱਕ ਮਹੀਨਾ ਹੋ ਗਿਆ। ਉਹ ਇੱਕ ਮਹੀਨਾ ਜਿਹੜਾ ਹੈ ਉਹ ਹਰ 3 ਸਾਲ ਬਾਅਦ ਜੋੜ ਲਿਆ ਜਾਂਦਾ। ਅੱਛਾ ਜੀ। ਉਹ ਹੁੰਦਾ ਮਲ ਮਾਸ ਜਾਂ ਲੌਂਦ ਦਾ ਮਹੀਨਾ, ਜਾਂ ਉਹਨੂੰ ਕੁਛ ਲੋਕ 0 ਮਹੀਨਾ ਵੀ ਕਹਿ ਸਕਦੇ ਨੇ। ਉਹ ਜਿਹੜੇ ਹੈਗੇ ਕਰਮ ਸਿੰਘ ਹਿਸਟੋਰੀਅਨ, ਉਹਨਾਂ ਦੀ ਕਿਤਾਬ ਹੈ ਗੁਰਪੁਰਬ ਨਿਰਣਾ ਜੀ। ਗੁਰਪੁਰਬ ਨਿਰਣੇ ਦੇ ਮੁਤਾਬਕ ਤਾਂ ਉਹ ਸਾਲ 'ਚ 2 ਵਾਰੀ 2 ਆਇਨ ਆਉਂਦੇ ਨੇ, ਜਾਂ ਉਹ ਕੱਤਕ ਤੋਂ ਪਹਿਲਾਂ ਅੱਸੂ ਨਾਲ ਜੁੜੇਗਾ ਜੀ, ਤੇ ਜਾਂ ਫਿਰ ਚੇਤਰ ਤੋਂ ਬਾਅਦ ਵਿਸਾਖ ਨੂੰ ਮੰਨਦੇ ਹੋ ਪਹਿਲਾ ਦਿਨ ਮਤਲਬ ਸਾਲ ਦਾ, ਤੇ ਵਿਸਾਖ ਤੋਂ ਪਹਿਲਾਂ ਜੁੜੇਗਾ। ਲੇਕਿਨ ਪੂਰੇਵਾਲ ਸਾਹਿਬ ਅੱਜ ਮੈਨੂੰ ਦੱਸ ਰਹੇ ਸੀ ਵੀ ਨਹੀਂ, ਇਸ ਗੱਲ ਵਿੱਚ ਕਰਮ ਸਿੰਘ ਥੋੜ੍ਹਾ ਜਿਹਾ ਗਲਤ ਲੱਗਦਾ। ਉਹਨਾਂ ਨੇ ਮੈਨੂੰ ਕੁਛ ਮਹੀਨੇ ਦੱਸੇ ਵੀ ਇਹਨਾਂ ਮਹੀਨਿਆਂ ਨਾਲ
ਇਹ ਮਲ ਮਾਸ ਜਿਹੜਾ ਸੋ ਇੱਕ ਜੁੜਦਾ, ਐਕਸਟਰਾ ਮਹੀਨਾ ਜਿਹੜਾ ਪਾ ਦਿੱਤਾ ਜਾਂਦਾ, ਉਹ ਐਕਸਟਰਾ ਮਹੀਨਾ ਐਤਕਾਂ ਪਾਇਆ ਗਿਆ ਇਸੇ ਕਰਕੇ ਅੱਸੂ ਦੇ ਨਾਲ। ਜੀ ਅੱਸੂ ਦੇ ਨਾਲ ਜਦੋਂ ਉਹ ਪਏਗਾ, 11 ਦਿਨ ਦਾ ਫਰਕ ਤਾਂ ਕੈਲੰਡਰ ਵਿੱਚ ਪਹਿਲਾਂ ਹੀ ਹੈ, ਜੀ 19 ਦਿਨ ਹੋਰ ਪਏਗਾ ਨਾ ਫਿਰ 30 ਦਿਨ ਜੋੜਨ ਲਈ। ਜੀ ਤੇ ਹੁਣ ਪਿਛਲੇ ਸਾਲ 11 ਨਵੰਬਰ ਨੂੰ ਸੀ, ਐਤਕਾਂ ਵਿੱਚ 19 ਪਾ ਲਓ ਤੇ ਉਹ ਚਲਾ ਗਿਆ 30 ਨਵੰਬਰ ਨੂੰ, ਤੇ 30 ਨਵੰਬਰ ਤੋਂ ਅਗਲੇ ਸਾਲ 11 ਦਿਨ ਘਟਾ ਦਿਓ ਤੇ ਅਗਲੇ ਸਾਲ ਆ ਜਾਏਗਾ 19 ਨਵੰਬਰ ਨੂੰ। ਜੀ ਹੁਣ ਉਹ ਕੱਤਕ ਵਿੱਚ ਵੀ ਆਇਆ 15, ਮਤਲਬ ਕੱਤਕ ਨੂੰ ਪੂਰਨਮਾਸ਼ੀ ਸੀ ਤੇ ਉਹ ਕਿਉਂ ਨਹੀਂ ਮਨਾਈ? ਜੀ ਉਹ ਇੱਥੇ ਆਉਂਦਾ ਹੁਣ ਪੰਡਤਾਂ ਵਾਲਾ ਵਹਿਮ। ਜੀ ਮੇਰੀ ਵੀ ਅੱਜ ਬਹਿਸ ਹੋ ਰਹੀ ਸੀ ਪੂਰੇਵਾਲ ਸਾਹਿਬ ਨਾਲ ਵੀ ਇੱਕ ਕੱਤਕ ਨੂੰ ਸੁਦੀ ਪਹਿਲੀ ਸੀ, ਜੀ ਯਾਨੀ ਕਿ ਚੰਦਰਮਾ ਪਹਿਲੇ ਦਿਨ ਚੜ੍ਹਿਆ ਉਹਨੂੰ ਪਹਿਲੀ ਸੁਦੀ ਕਹਿੰਦੇ ਆ, ਤੇ 15 ਨੂੰ ਜਾ ਕੇ ਉਹ ਸੰਪੂਰਨ ਹੋ ਗਿਆ ਤੇ ਕੱਤਕ ਦੀ 15 ਨੂੰ ਹੀ ਹੋਇਆ, ਤੇ ਫਿਰ ਕੱਤਕ ਦੀ 15 ਨੂੰ ਅਸੀਂ ਕਿਉਂ ਨਹੀਂ ਮਨਾਇਆ? ਜੀ ਉਹ ਕਹਿੰਦੇ ਜੀ ਪਚਾਂਗ ਜਿਹੜੇ ਨੇ ਨਾ, ਜਿਹੜੇ ਪੰਡਤਾਂ ਨੇ ਪਚਾਂਗ ਬਣਾਏ ਨੇ, ਉਹਦੇ ਮੁਤਾਬਕ ਜਿਹੜਾ ਮਲ ਮਾਸ ਹੁੰਦਾ ਨਾ, ਇਹ ਨੈਸ਼ ਮਹੀਨਾ। ਅੱਛਾ ਜੀ, ਐਕਸਟਰਾ ਮਹੀਨਾ ਜਿਹੜਾ ਐਕਸਟਰਾ ਮਹੀਨਾ ਹੈ ਉਹ ਮਲ ਮਾਸ ਹੈ, ਤੇ ਉਹਦੇ ਵਿੱਚ ਕੋਈ ਵੀ ਜਿਹੜਾ ਸ਼ੁਭ ਪੁਰਬ ਹੈ ਉਹ ਕਰਨਾ ਮਨਾ। ਅੱਛਾ ਜੀ, ਇਸ ਕਰਕੇ ਅੱਗੇ ਲੈ ਗਏ। ਹਾਂ, ਇੱਕ ਕਾਰਨ, ਜਾਂ ਇਹ ਕਹਿ ਲਓ ਵੀ ਜਿਹੜੇ ਦਿਨ ਜੋੜੇ ਗਏ ਨੇ ਉਹ ਸਹੀ ਮਾਇਨਿਆਂ ਦੇ ਵਿੱਚ ਅੱਸੂ ਦੀ ਹੀ ਪੂਰਨਮਾਸ਼ੀ ਹੈ, ਉਹ ਕੱਤਕ ਦੀ ਨਹੀਂ ਮੰਨਣੀ ਜੀ, ਉਹ ਅੱਸੂ ਦੀ ਹੀ ਮੰਨਣੀ ਹੈ, ਕਿਉਂਕਿ ਉਹ ਮਲ ਮਾਸ ਹੈ, ਲੌਂਦ ਦਾ ਮਹੀਨਾ ਹੈ। ਤੇ ਇਸ ਕਰਕੇ ਫਿਰ ਐਤਕਾਂ ਜਿਹੜਾ ਹੈ ਇਹਦੇ 'ਚ, ਵੈਸੇ ਤੁਸੀਂ ਹੁਣ ਕਹੋਗੇ ਤਾਂ ਸਹੀ ਵੀ ਵਹਿਮਾਂ ਭਰਮਾਂ 'ਚੋਂ ਤਾਂ ਗੁਰੂ ਜੀ ਨੇ ਕੱਢਿਆ ਸੀ, ਤੇ ਅਸੀਂ ਤੇ ਉਹ ਪਰਮਾਤਮਾ ਦਾ ਜਿਹੜਾ ਚੰਦਰਮਾ ਹੈ ਉਹਦੇ ਹਿਸਾਬ ਨਾਲ ਹੀ ਜਿਹੜੇ ਦਿਨ ਵਿੱਚ ਜੋੜੇ ਨੇ ਉਹਨੂੰ ਨੈਸ਼ ਗਿਣਨ ਲੱਗ ਪਏ ਆ ਤੇ ਸਮਝਣ ਲੱਗ ਪਏ ਆ। ਜੀ ਜੀ ਜੀ। ਪਰ ਜੋ ਵੀ ਹੈ ਇਹਦੇ ਬਾਰੇ ਮੈਂ ਸਮਝਣਾ ਵੀ ਜੇ ਸਾਡੀ ਸਿੱਖ ਕੌਮ ਕੀ ਫਰਕ ਪੈਂਦਾ, ਦਿਹਾੜਾ ਮਨਾ ਲਿਆ, ਮੱਘਰ 'ਚ ਮਨਾ ਲਿਆ, ਕੱਤਕ 'ਚ ਮਨਾ ਲਿਆ। ਵੈਸੇ ਇਹ ਵੀ ਮੈਂ ਗੱਲ ਕਰਨ ਲੱਗਾ ਸੀ, ਪ੍ਰੋਗਰਾਮ ਦਾ ਸਮਾਂ ਸਾਡਾ ਖਤਮ ਹੋ ਚੁੱਕਾ ਹੈ। ਹਾਂ, ਵੀ ਵੈਸੇ ਜੇ ਅਸੀਂ ਗੁਰੂ ਨਾਨਕ ਸਾਹਿਬ ਦੀਆਂ ਜੋ ਸਿੱਖਿਆਵਾਂ ਨੇ ਜਾਂ ਉਹਨਾਂ ਦੀਆਂ ਬਾਣੀਆਂ ਦੀ ਅਸੀਂ ਗੱਲ ਕਰੀਏ, ਤੇ ਜਨਮ ਦਿਹਾੜੇ ਦੀ ਕੋਈ ਬਹੁਤ ਜ਼ਿਆਦਾ ਕੋਈ ਮਹਾਨਤਾ ਨਹੀਂ ਬਹੁਤੀ ਵੱਡੀ ਰਹਿ ਜਾਂਦੀ। ਰਹਿ ਨਹੀਂ ਜਾਂਦੀ। ਸਭ ਤੋਂ ਵੱਡੀ ਮਹਾਨਤਾ ਉਹਨਾਂ ਦੀ ਜਿਹੜੀ ਬਾਣੀ ਹੈ ਉਹਨਾਂ ਤੇ ਚੱਲਣ ਦੀ ਹੈ। ਪਰ ਜਦੋਂ ਇਹ ਕਹਿੰਦੇ ਆ ਫਿਰ ਬਾਣੀ ਤੇ ਹੀ ਚੱਲੀਏ, ਆਪਾਂ ਤਾਂ ਬਾਣੀ ਤੇ ਵੀ ਨਹੀਂ ਚੱਲਦੇ। ਠੀਕ ਹੈ ਜੀ ਡਾਕਟਰ ਸਾਹਿਬ, ਬਹੁਤ ਵਧੀਆ ਲੱਗਾ ਆਪ ਜੀ ਨਾਲ ਗੱਲਬਾਤ ਕਰਕੇ, ਔਰ ਆਪ ਜੀ ਦੀ ਖੋਜ ਕਾਰਜ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਦੇ ਸਾਡੇ ਜਿਹੜੇ ਵਿਦਵਾਨ ਉਹ ਵੀ ਪੜ੍ਹਨਗੇ, ਵਿਸ਼ਲੇਸ਼ਣ ਵੀ ਕਰਨਗੇ, ਤੁਹਾਨੂੰ ਸਵਾਲ ਜਵਾਬ ਵੀ ਹੋਣਗੇ, ਅਸੀਂ ਵੀ ਫਿਰ ਕਰਾਂਗੇ ਤੁਹਾਨੂੰ। ਬਿਲਕੁਲ। ਪ੍ਰੋਗਰਾਮ ਦਾ ਸਮਾਂ ਖਤਮ ਹੈ ਜੀ, ਜਲਦੀ ਨਵਾਂ ਪ੍ਰੋਗਰਾਮ ਲੈ ਕੇ ਫਿਰ ਮਿਲਾਂਗੇ।